हेलो सत श्री अकाल भाई ਉਹਦੇ ਆਪਣੇ ਸਲੀਮ ਨੇ ਪੇਪਰ ਦਿੱਤਾ ਸੀ ਵਾਲੇ ਇੰਗਲਿਸ਼ ਦਾ ਉਹ ਅਗਰ ਹੈਗਾ ਤਾਂ ਦੁਆ ਕੇ ਸੈਂਡ ਕਰਿਓ ਮੇਰੇ ਸ਼ਾਇਦ ਲੀਕ ਹੋ ਗਿਆ ਹਾਂਜੀ ਤੁਸੀਂ ਕਰ ਦਿਓ हेलो 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 अमृत जी हेलो सत श्री अकाल सर सर जी सत श्री अकाल हाँ जी सर तुम सुनाओ ठीक ठाक कृपा जी माड़े स्क्रीन शेयर करके देखो हाँ जी सर आप एंटर कर लिए ना डॉक्यूमेंट डिवाइस ते डॉक्यूमेंट फाइनल मेग ते शेयर देखो ठीक है जी हाँ जी सर हो रही है जी हो रही ठीक है मैं एंटर करावा आहो चलो करिए स्टार्ट फिर ਆਪਾਂ ਜਦੋਂ ਤੁਸੀਂ ਕਰੋਗੇ ਬੋਲੋਗੇ ਨਾ ਸਟਾਰਟ ਕਰੋ ਅਮਰਿਤ ਜੀ ਫਿਰ ਮੈਂ ਸਟਾਰਟ ਕਰਾਂਗਾ ਪਹਿਲਾਂ ਤੁਸੀਂ ਐਂਟਰ ਕਰ ਲਓ ਤੇ ਇਹਦਾ ਪਾਰਟਿਸਿਪੈਂਟ ਸਾਰੇ ਮਿਊਟ ਹੀ ਕਰ ਛੱਡਿਓ ਪਹਿਲਾਂ ਮੈਂ ਅਨਮਿਊਟ ਹੀ ਹੋਣੇ ਆ ਇਹ ਬੋਲਣੇ ਵਾਲੇ ਹੋਣੇ ਹੀ ਨਹੀਂ ਕੋਈ ਵੀ ਹਾਂ ਕਿਉਂਕਿ ਫਿਰ ਡਿਸਟਰਬੈਂਸ ਆ ਜਾਂਦੀ ਫਿਰ ਪਤਾ ਨਹੀਂ ਚੱਲਦਾ ਕੋਈ ਨਹੀਂ ਕੋਈ ठंडी हवा कितों आती बाहर हवा चलती बाहर हाँ जी अमृत सर शुरू कर लो प्लीज ठीक है सर ओके सर थैंक यू firstly I welcome to all the participants those who are seen my presentation on the topic of welder GMAW that is MIG welding. I really thanks to our Wathli principal ma'am Pramila Sidhu ji ਜਿਨ੍ਹਾਂ ਨੇ ਸਾਨੂੰ ਗਾਈਡ ਕੀਤਾ ਇਸ ਪ੍ਰੈਜੈਂਟੇਸ਼ਨ ਦੇ ਪ੍ਰਤੀ ਸੋ ਅੱਜ ਮੇਰੀ ਪ੍ਰੈਜੈਂਟੇਸ਼ਨ ਹੈ ਤਾਂ ਉਹਦਾ ਟੌਪਿਕ ਹੈ ਜੀ ਵੈਲਡਰ ਮਿਗ ਵੈਲਡਿੰਗ ਮਿਗ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਇੰਟਰੋਡਿਊਸ ਕਰਾਵਾਂਗਾ ਆਪਣੇ ਬਾਰੇ ਮੇਰਾ ਨਾਮ ਅੰਮ੍ਰਿਤਪਾਲ ਸਿੰਘ ਮੈਂ ਇੰਸਟ੍ਰਕਟਰ ਗਵਰਨਮੈਂਟ ITI ਕਾਦੀਆਂ मेरी ट्रेड है जी वेल्डर GMAW GTAW गैस मेटल आर्क वेल्डिंग एंड गैस टंगस्टन आर्क वेल्डिंग so before start firstly we have a mission fateh ਜਿਹੜਾ ਕਿ ਸਾਨੂੰ ਗਵਰਨਮੈਂਟ ਆਫ ਪੰਜਾਬ ਵੱਲੋਂ ਅਲਾਟ ਕੀਤਾ ਗਿਆ ਕਿ ਆਪਾਂ ਨੇ ਕਰੋਨਾ ਵਾਇਰਸ ਤੋਂ ਜਿਹੜਾ ਕਿਵੇਂ ਫਤਿਹ ਹਾਸਲ ਕਰਨੀ ਹੈ ਕਿਵੇਂ ਆਪਾਂ ਨੇ ਇਸ ਚੀਜ਼ ਤੋਂ ਜੰਗ ਜਿੱਤਣਾ ਇਹਦੇ ਵਾਸਤੇ ਸਾਨੂੰ ਜਿਹੜੀਆਂ ਸਾਵਧਾਨੀਆਂ ਜਿਹੜੀਆਂ ਸਾਨੂੰ ਕੁਝ ਪ੍ਰੀਕਾਸ਼ਨਸ ਜਿਹੜੀਆਂ ਨੇ ਉਹ ਲੈਣੀਆਂ ਪੈਣਗੀਆਂ ਉਹਦੇ ਵਾਸਤੇ ਸਭ ਤੋਂ ਪਹਿਲਾਂ ਹੈ ਸਟੇ ਹੋਮ ਕੀਪ ਅ ਸੇਫ ਡਿਸਟੈਂਸ ਵਾਸ਼ ਹੈਂਡ cover your cough or mouth a sick
ਕਾਲ ਦਾ ਹੈਲਪਲਾਈਨ। ਜਿਵੇਂ ਆਪ ਸਭ ਨੂੰ ਪਤਾ ਹੈ ਕਿ ਜੇ ਆਪਾਂ ਹੁਣ ਜਿਹੜਾ ਸਾਡਾ ਇੱਕ ਮਹਾਮਾਰੀ ਚੱਲ ਰਹੀ ਹੈ ਕਰੋਨਾ ਦੀ, ਜਿਹਦੇ ਕਰਕੇ ਸਾਡਾ ਸਾਰਾ ਸਿਸਟਮ ਜਿਹੜਾ ਉਹ ਅਪਸੈਟ ਹੋਇਆ ਪਿਆ, ਇਸੇ ਕਰਕੇ ਸਾਡੇ ਡਿਪਾਰਟਮੈਂਟ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ, ਜਿਹਦੇ ਵਿੱਚ ਮਿਸ਼ਨ ਫਤਿਹ ਦੇ ਤਹਿਤ ਸਾਨੂੰ ਘਰ ਰਹਿਣ ਦੀ, ਘਰ ਸੇਫ ਰਹਿਣ ਦੀ ਜਿਹੜੀ ਹੈ ਉਹ ਹਦਾਇਤ ਕੀਤੀ ਗਈ ਹੈ। ਜਦੋਂ ਵੀ ਅਸੀਂ ਬਾਹਰ ਨਿਕਲਾਂਗੇ ਸਾਨੂੰ ਸੋਸ਼ਲ ਡਿਸਟੈਂਸ ਪਲੀਜ਼ ਹਰ ਇੱਕ ਨੂੰ ਬਣਾ ਕੇ ਰੱਖਣਾ ਪਏਗਾ, ਕਿਉਂਕਿ ਇਹਦੇ ਵਿੱਚ ਜਿਹੜਾ ਇਹ ਕਰੋਨਾ ਵਾਇਰਸ ਹੈ, ਇਹਦੇ ਵਿੱਚ ਸਾਡੀ ਖੁਦ ਦੀ ਆਪਣੀ ਜ਼ਿੰਮੇਵਾਰੀ ਹੈ ਕਿ ਅਸੀਂ ਕਿਸ ਤਰੀਕੇ ਨਾਲ ਇਹ ਤੋਂ ਬਚਾਅ ਕਰਨਾ ਹੈ, ਕਿਉਂਕਿ ਇਹ ਜਿਹੜਾ ਪਬਲਿਕਲੀ ਜਿਹੜਾ ਇਹ ਸਪਰੈਡ ਹੋ ਚੁੱਕਿਆ ਹੈ। ਵਾਸਤੇ ਸਾਨੂੰ ਖੁਦ ਨੂੰ ਹੀ ਸੇਫ ਰੱਖਣ ਵਾਸਤੇ ਸਾਨੂੰ ਖੁਦ ਡਿਸਟੈਂਸ ਬਣਾ ਕੇ ਚੱਲਣਾ ਪਏਗਾ। ਜਦੋਂ ਅਸੀਂ ਬਾਹਰ ਜਾਵਾਂਗੇ ਸਾਨੂੰ ਵਾਪਸ ਆਉਣ ਤੋਂ ਬਾਅਦ ਆਪਣੇ ਜਿਹੜੇ ਨੇ ਹੈਂਡ ਨੇ ਇਹਨੂੰ ਵਾਸ਼ ਕਰਨਾ ਪਏਗਾ। ਇਨ ਕੇਸ ਜਦੋਂ ਆਪਾਂ ਕਿਸੇ ਪਬਲਿਕ ਪਲੇਸ ਤੇ ਜਾਂਦੇ ਹਾਂ ਜਾਂ ਆਪਾਂ ਘਰ ਤੋਂ ਬਾਹਰ ਜਾਂਦੇ ਹਾਂ, ਸਾਨੂੰ ਆਪਣਾ ਫੇਸ ਜਿਹੜਾ ਉਹ ਕਵਰ ਕਰਨਾ ਪਏਗਾ। ਲਾਸਟ ਵਨ ਇਜ਼ ਦਾ ਸਿਕ। ਜੇਕਰ ਆਪਾਂ ਨੂੰ ਕਿਸੇ ਨੂੰ ਕੋਈ ਸਿੰਪਟਮ ਜਾਪ ਰਿਹਾ ਹੈ, ਕਫ ਆ ਰਹੀ ਹੈ ਜਾਂ ਥੋੜੇ ਦਿਨਾਂ ਤੋਂ ਜਾਂ ਨਾਰਮਲ ਫੀਵਰ ਆ ਰਿਹਾ ਹੈ, ਤਾਂ ਸਾਨੂੰ ਉਹਦੇ ਬਾਰੇ ਆਪਣੇ ਹਾਇਰ ਅਥਾਰਟੀ ਦੀ ਨੂੰ ਹੈਲਪਲਾਈਨ ਨੂੰ ਕਾਲ ਕਰਕੇ ਆਪਣਾ ਟ੍ਰੀਟਮੈਂਟ ਕਰਾਉਣਾ ਚਾਹੀਦਾ। ਨੈਕਸਟ ਵਨ ਇਜ਼ ਦਾ ਫਤਿਹ ਮਿਸ਼ਨ। ਇਹ ਸਾਡੇ ਉਦਯੋਗਿਕ ਸਿਖਲਾਈ ਸੰਸਥਾ ਖਾਦਿਆਂ ਵੱਲੋਂ ਜਿਹੜੇ ਸਾਨੂੰ ਗਾਈਡੈਂਸ ਮਿਲੀ ਹੈ ਸਾਡੇ GI ਸਾਹਿਬ ਤੋਂ, ਸਾਡੇ ਪ੍ਰਿੰਸੀਪਲ ਸਾਹਿਬ ਤੋਂ, ਕਿ ਕਿਸ ਤਰੀਕੇ ਦੇ ਨਾਲ ਆਪਾਂ ਨੇ ਇਸ ਬਿਮਾਰੀ ਮਹਾਮਾਰੀ ਤੋਂ ਬਚਣਾ ਹੈ, ਉਹਦੇ ਰਿਗਾਰਡਿੰਗ ਹੈ। ਨੈਕਸਟ ਵਨ ਇਜ਼ ਆਵਰ ਟੌਪਿਕ ਇਜ਼ ਕੰਟੈਂਟਸ। ਜਿਹੜਾ ਆਪਣਾ ਅੱਜ ਦਾ ਟੌਪਿਕ ਹੈ ਮਿਗ ਵੈਲਡਿੰਗ ਦਾ, ਇਹਦੇ ਵਿੱਚ ਜਿਹੜੇ ਆਪਾਂ ਨੇ ਕੰਟੈਂਟਸ ਕਵਰ ਕਰਨੇ ਨੇ, ਉਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਦੀ ਬੇਸਿਕਸ। ਜਿਹੜਾ ਬੇਸਿਕ ਆਫ ਮਿਗ ਵੈਲਡਿੰਗ, ਕਿ ਮਿਗ ਵੈਲਡਿੰਗ ਹੈ ਕੀ, ਕਿਹੜੇ ਕਿਹੜੇ ਸਾਡੇ ਇਹਦੇ ਵਿੱਚ ਪ੍ਰੋਸੈਸ ਨੇ, ਕਿ ਆਪਾਂ ਇਸ ਮਿਗ ਵੈਲਡਿੰਗ ਨੂੰ ਕਿਸ ਪ੍ਰੋਸੈਸ ਦੇ ਨਾਲ ਕੰਪਲੀਟ ਕਰਦੇ। ਕਿਉਂਕਿ ਆਪਾਂ ਬੇਸਿਕਲੀ ਵੇਖਦੇ ਹਾਂ ਕਿ ਜਿੰਨੀਆਂ ਵੀ ਵੈਲਡਿੰਗਸ ਨੇ ਬੇਸਿਕਲੀ ਸਾਡੀਆਂ ਆਰਕ ਵੈਲਡਿੰਗ ਚੱਲਦੀਆਂ ਨੇ ਬਾਹਰ, ਕਿਉਂਕਿ ਮਿਗ ਵੈਲਡਿੰਗ ਜਿਹੜੀਆਂ ਨੇ ਇਹ ਕਾਫੀ ਕਾਸਟਲੀ ਨੇ, ਤੇ ਇਹ ਜਿਹੜੀਆਂ ਕਾਫੀ ਜਿੱਥੇ ਹਾਇਰ ਕੁਆਲਿਟੀ ਦੀ ਜਾਂ ਸਾਨੂੰ ਸੁਪੀਰੀਅਰ ਕੁਆਲਿਟੀ ਦੀ ਵੈਲਡਿੰਗ ਚਾਹੀਦੀ ਹੁੰਦੀ ਹੈ, ਠੀਕ ਹੈ ਜੀ, ਜਿੱਥੇ ਡਿਫੈਕਟ ਫ੍ਰੀ ਵੈਲਡਿੰਗ ਚਾਹੀਦੀ ਉਸ ਜਗ੍ਹਾ ਤੇ ਇਹ ਵੈਲਡਿੰਗ ਕੀਤੀ ਜਾਂਦੀਆਂ ਨੇ। ਨੈਕਸਟ ਵਨ ਇਜ਼ ਦਾ ਪ੍ਰੋਸੈਸ ਪੈਰਾਮੀਟਰਸ, ਕਿ ਕਿਸ ਤਰੀਕੇ ਦੇ ਨਾਲ ਕਿਹੜੇ ਕਿਹੜੇ ਪੈਰਾਮੀਟਰਸ ਨੇ ਜਿਹੜੇ ਸਾਨੂੰ ਧਿਆਨ ਵਿੱਚ ਰੱਖਣੇ ਪੈਣਗੇ ਜਦੋਂ ਆਪਾਂ ਮਿਗ ਵੈਲਡਿੰਗ ਨੂੰ ਚਲਾਵਾਂਗੇ। ਉਸ ਤੋਂ ਬਾਅਦ ਜੇਕਰ ਆਪਾਂ ਕੋਈ ਵੀ ਕੰਮ ਕਰਦੇ ਹਾਂ, ਸਪੋਜ਼ ਕਰੋ ਆਪਾਂ ਮਿਗ ਵੈਲਡਿੰਗ ਕੀਤੀ ਹੈ ਜਾਂ ਕੋਈ ਟਿਕ ਕੀਤੀ ਹੈ ਜਾਂ ਆਰ ਕੀਤੀ ਹੈ, ਤਾਂ ਉਹਦੇ ਕੁਛ ਨਾ ਕੁਛ ਸਾਨੂੰ ਫਾਇਦੇ ਵੀ ਹੁੰਦੇ ਨੇ, ਠੀਕ ਹੈ ਜੀ, ਕੁਛ ਨਾ ਕੁਛ ਸਾਨੂੰ ਉਹਦੇ ਐਡਵਾਂਟੇजेस ਹੁੰਦੇ ਨੇ। ਕੋਈ ਵੀ ਅਸੀਂ ਕੰਮ ਕਰਦੇ ਹਾਂ XYZ, ਸਾਨੂੰ ਉਹਦੀਆਂ ਲਿਮਿਟੇਸ਼ਨਸ ਵੀ ਧਿਆਨ 'ਚ ਰੱਖਣੀਆਂ ਪੈਂਦੀਆਂ ਨੇ ਤੇ ਉਹਦੇ ਐਡਵਾਂਟੇजेस ਵੀ। ਸੋ ਇਸੇ ਤਰ੍ਹਾਂ ਹੀ ਅਸੀਂ ਇਹਦੇ ਐਡਵਾਂਟੇजेस ਤੇ ਇਹਦੀਆਂ ਲਿਮਿਟੇਸ਼ਨਸ ਨੂੰ ਵੀ ਥੋੜਾ ਥੋਰਲੀ ਪੜਾਂਗੇ। ਉਸ ਤੋਂ ਬਾਅਦ ਇਹਦੀ ਐਪਲੀਕੇਸ਼ਨ ਦੇ ਵਿੱਚ ਆਏਗਾ ਕਿ ਆਪਾਂ ਇਸ ਚੀਜ਼ ਨੂੰ ਕਿੱਥੇ ਕਿੱਥੇ ਯੂਜ਼ ਕਰ ਸਕਦੇ ਹਾਂ, ਕਿਸ ਕਿਸ ਇੰਡਸਟਰੀ 'ਚ ਕਰ ਸਕਦੇ ਹਾਂ, ਕਿਸ ਫਰਮ ਦੇ ਵਿੱਚ ਕਰ ਸਕਦੇ ਹਾਂ, ਠੀਕ ਹੈ ਜੀ। ਨੈਕਸਟ ਵਨ ਇਜ਼ ਦਾ ਬੇਸਿਕ। ਸੋ ਫਸਟ ਆਫ ਆਲ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਮਿਗ ਵੈਲਡਿੰਗ ਦੇ ਵਿੱਚੋਂ ਜਿਹੜਾ ਟੌਪਿਕ ਹੈ ਸਟਾਰਟ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਵਾਟ ਇਜ਼ ਵੈਲਡਿੰਗ। ਵੈਲਡਿੰਗ ਹੈ ਕੀ ਹੈ, ਵਾਟ ਇਜ਼ ਵੈਲਡ, ਠੀਕ ਹੈ ਜੀ। ਸੋ ਵੈਲਡਿੰਗ ਜਿਹੜੀ ਹੈ ਇੱਕ ਪ੍ਰੋਸੈਸ ਹੈ ਕਿਸੇ ਵੀ ਦੋ ਧਾਤੂਆਂ ਨੂੰ, ਦੋ ਮੈਟਲਸ ਨੂੰ ਆਪਸ ਦੇ ਵਿੱਚ ਜੋੜਨਾ ਬਾਏ ਦਾ ਐਪਲੀਕੇਸ਼ਨ ਆਫ ਹੀਟ ਐਂਡ ਪ੍ਰੈਸ਼ਰ। ਜਾਂ ਆਪਾਂ ਕਿਸੇ ਚੀਜ਼ ਨੂੰ ਪ੍ਰੈਸ਼ਰ ਦੇ ਨਾਲ ਜਾਂ ਕਿਸੇ ਚੀਜ਼ ਨੂੰ ਹੀਟ ਦੇ ਨਾਲ ਆਪਾਂ ਨੇ ਉਸ ਦੋ ਮੈਟਲ ਸਿਮਿਲਰ ਮੈਟਲਸ ਨੂੰ ਆਪਸ ਦੇ ਵਿੱਚ ਜੋੜਨਾ ਹੈ। ਜਦੋਂ ਉਹ ਆਪਸ ਦੇ ਵਿੱਚ ਮੈਲਟ ਕਰਕੇ ਜੁੜ ਜਾਏਗੀ ਉਸ ਪ੍ਰੋਸੈਸ ਨੂੰ ਅਸੀਂ ਕਹਿੰਦੇ ਆ ਵੈਲਡਿੰਗ। So welding is the least expensive process and widely used nowadays in fabrication. So fabrication sector ਦੇ ਵਿੱਚ ਜਿੰਨੀ ਵੀ ਆਪਣੀ ਕਿਸੇ ਵੀ ਪਾਰਟਸ ਨੂੰ ਜੋੜਨੀ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਦੋਂ ਆਪਣੀ ਕੋਈ ਵੀ ਚੀਜ਼ ਅਸੈਂਬਲ ਹੁੰਦੀ ਹੈ A to Z, ਜਦੋਂ ਆਪਾਂ ਕੋਈ ਵੀ ਚੀਜ਼ ਨੂੰ ਅਸੈਂਬਲ ਕਰਨਾ ਹੈ, ਜੋੜਨਾ ਹੈ, ਤਾਂ ਉਹ ਵਿਦ ਦਾ ਹੈਲਪ ਆਫ ਫੈਬਰੀਕੇਸ਼ਨ ਹੀ ਜੁੜੇਗੀ। ਸੋ ਜਾਂ ਫੈਬਰੀਕੇਸ਼ਨ ਜੁੜੇਗੀ ਜਾਂ ਟੈਂਪਰੇਰੀ ਜੁਆਇੰਟਸ ਹੋਣਗੇ। ਸੋ ਜੁਆਇੰਟਸ ਵੀ ਦੋ ਤਰ੍ਹਾਂ ਦੇ ਆ ਜਾਂਦੇ ਨੇ, ਫਸਟ ਵਨ ਇਜ਼ ਟੈਂਪਰੇਰੀ ਐਂਡ ਸੈਕੰਡ ਵਨ ਇਜ਼ ਪਰਮਾਨੈਂਟ। ਸੋ ਜੇ ਅਸੀਂ ਗੱਲ ਕਰਾਂਗੇ ਪਰਮਾਨੈਂਟ ਜੁਆਇੰਟ ਦੀ, ਜੇ ਆਪਾਂ ਨੇ ਚੀਜ਼ ਨੂੰ ਪਰਮਾਨੈਂਟ ਜੁਆਇੰਟ ਕਰਨਾ ਹੈ ਤਾਂ ਉਹਦੇ ਵਾਸਤੇ ਸਾਨੂੰ ਜਿਹੜੀ ਆ ਉਹ ਵੈਲਡਿੰਗ ਕਰਨੀ ਪਏਗੀ। ਇਨ ਕੇਸ ਜੇ ਆਪਾਂ ਨੂੰ ਪਤਾ ਕਿ ਅਸੀਂ ਟੈਂਪਰੇਰੀ ਕੰਮ ਕਰਨਾ, ਫਿਰ ਆਪਾਂ ਨੇ ਇਸ ਚੀਜ਼ ਨੂੰ ਜਿਹੜਾ ਉਹ ਉਤਾਰ ਦੇਣਾ, ਦੂਜੇ ਪਾਰਟਸ ਦੇ ਨਾਲ ਇਹਨੂੰ ਜੁਆਇੰਟ ਕਰਨਾ, ਉਸ ਜਗ੍ਹਾ ਤੇ ਆਪਾਂ ਇਹਨੂੰ ਟੈਂਪਰੇਰੀ ਜੁਆਇੰਟ ਜਿਹੜੀ ਨੇ ਉਹ ਫਾਸਟਨਰਸ ਦੇ ਨਾਲ, ਨਟ ਐਂਡ ਬੋਲਟ ਦੇ ਨਾਲ, ਠੀਕ ਹੈ ਜੀ, ਉਹਦੇ ਨਾਲ ਅਸੀਂ ਕਰ ਸਕਦੇ ਹਾਂ, ਜਾਂ ਆਪਾਂ ਇਹਨੂੰ ਰਿਵਰਸ ਵਗੈਰਾ ਯੂਜ਼ ਕਰਕੇ ਕਰ ਸਕਦੇ ਹਾਂ। Different welding process are used in the manufacturing of automobiles. So automobile sector ਜਿਹੜਾ ਆਪਣਾ ਸਭ ਤੋਂ ਇੱਕ ਮੇਨ ਸੈਕਟਰ ਹੈ ਜਿਹਦੇ ਵਿੱਚ ਕਿ ਆਪਾਂ ਨੂੰ ਮਿਗ ਵੈਲਡਿੰਗ ਦਾ ਜਿਹੜਾ ਵਾ ਯੂਜ਼ ਕੀਤਾ ਜਾਂਦਾ ਹੈ ਕਿਸੇ ਵੀ ਬੋਡੀ ਨੂੰ ਤਿਆਰ ਕਰਨ ਵਾਸਤੇ। ਸਪੋਜ਼ ਕਰੋ ਆਪਾਂ ਨੇ ਇੱਕ ਬਾਈਕ ਤਿਆਰ ਕਰਨੀ ਹੈ, ਇੱਕ ਮੋਟਰਸਾਈਕਲ ਨੂੰ ਤਿਆਰ ਕਰਨਾ ਹੈ। ਮੋਟਰਸਾਈਕਲ ਤਿਆਰ ਕਰਨ ਵਾਸਤੇ ਸਾਡੇ ਕੋਲ ਉਹਦੇ ਡਿਫਰੈਂਟ ਕੰਪੋਨੈਂਟਸ ਐਂਡ ਡਿਫਰੈਂਟ ਪਾਰਟਸ ਨੇ।
different components ਨੂੰ parts ਨੂੰ ਆਪਸ ਦੇ ਵਿੱਚ joint ਕਰਨਾ ਹੈ। So ਉਹ process ਜਿਹੜੇ ਹੁੰਦੇ ਨੇ ਬਹੁਤ ਹੀ ਮਤਲਬ superior ਤੇ ਬਹੁਤ ਹੀ accurate process ਹੁੰਦੇ ਨੇ। ਉਸ ਜਗ੍ਹਾ ਤੇ ਸਾਨੂੰ accuracy ਦਾ ਧਿਆਨ ਰੱਖਣਾ ਪਏਗਾ, ਸਾਨੂੰ defects ਦਾ ਵੀ ਧਿਆਨ ਰੱਖਣਾ ਪਏਗਾ। ਇਸ ਲਈ ਅਸੀਂ ਉਸ ਚੀਜ਼ ਨੂੰ ਬਿਗ ਵੈਲਡਿੰਗ ਨੂੰ ਉੱਥੇ ਯੂਜ਼ ਕਰਾਂਗੇ। ਉਸ ਤੋਂ ਅੱਗੇ ਆ ਜਾਂਦੇ ਸਟਰਕਚਰ ਵੈਲਡਿੰਗ, ਟੈਂਕਸ ਐਂਡ ਜਨਰਲ ਮਸ਼ੀਨਸ ਰਿਪੇਅਰ ਵਰਕਸ। ਜਿੱਦਾਂ ਨਾਰਮਲੀ ਸਾਡਾ ਕੋਈ ਸਟਰਕਚਰ ਤਿਆਰ ਹੋ ਰਿਹਾ, ਠੀਕ ਹੈ ਜੀ, ਬੜੇ ਵੱਡੇ ਆਪਣੀ ਬਿਲਡਿੰਗਸ ਤਿਆਰ ਹੁੰਦੀਆਂ ਨੇ, ਉਹਦੇ ਵਿੱਚ ਵੀ ਆਪਾਂ ਜਿਹੜਾ ਸਾਡਾ ਉੱਥੇ ਸਟਰਕਚਰ ਬਣ ਰਿਹਾ, ਠੀਕ ਹੈ, ਉਸ ਦੇ ਉੱਤੇ ਵੀ ਮਿਗ ਵੈਲਡਿੰਗ ਦਾ ਯੂਜ਼ ਕੀਤਾ ਜਾਂਦਾ। ਵੱਡੇ ਟੈਂਕਸ ਬਣ ਰਹੇ ਨੇ, ਜਿੱਦਾਂ ਆਇਲ ਟੈਂਕ ਹੈ, ਪੈਟਰੋਲ ਪੰਪ ਦੇ ਵਿੱਚ ਆਪਾਂ ਸਟੋਰ ਕਰਨ ਵਾਸਤੇ ਡੀਜ਼ਲ ਪੈਟਰੋਲ, ਉਹ ਟੈਂਕ ਵਾਸਤੇ ਹੋ ਗਿਆ, ਜਾਂ ਸਾਡੇ ਆਇਲ ਟੈਂਕ ਆ ਗਏ, ਠੀਕ ਹੈ ਜੀ। ਉਸ ਜਗ੍ਹਾ ਤੇ ਵੀ ਹਰ ਇੱਕ ਜਗ੍ਹਾ ਦੇ ਉੱਪਰ ਹੀ ਜਿਹੜੀ ਹੈਗੀ ਆ ਆਪਣੀ ਮਿਗ ਵੈਲਡਿੰਗ ਉਹਦਾ ਯੂਜ਼ ਕੀਤਾ ਜਾਂਦਾ। ਨੈਕਸਟ ਵਨ ਇਜ਼ ਦੀ ਡਿਫਰੈਂਟ ਵੈਲਡਿੰਗ ਪ੍ਰੋਸੈਸ। ਜਿੱਦਾਂ ਕਿ ਆਪਣੇ ਕੋਲ ਮਿਗ ਵੈਲਡਿੰਗ ਆ ਗਈ, ਉਸ ਤੋਂ ਬਾਅਦ ਆਰਕ ਵੈਲਡਿੰਗ ਦੇ ਵਿੱਚ ਜਿਹੜੀਆਂ ਵੈਲਡਿੰਗਸ ਆ ਜਾਣਗੀਆਂ ਨੇ, ਦੈਟ ਇਜ਼ SMAW ਸ਼ੀਟ ਮੈਟਲ ਆਰਕ ਵੈਲਡਿੰਗ, GMAW ਗੈਸ ਮੈਟਲ ਆਰਕ ਵੈਲਡਿੰਗ, ਗੈਸ ਟੰਗਸਟਨ ਆਰਕ ਵੈਲਡਿੰਗ ਐਂਡ ਪਲਾਜ਼ਮਾ ਆਰਕ ਵੈਲਡਿੰਗ। All these are the arc welding process. Next one is the beam process. Beam process is LBW. LBW stand for electron beam welding, and LBW stand for laser beam welding, and EBW stand for electron beam welding. So next one is the resistance welding. Resistance welding is spot welding, seam projections, etc. are the resistance welding. So next one is the solid state welding. Solid state weldings are USB ultrasonic welding process, and FRW is friction welding process, EXW is expansion welding process. So now our topic is MIG. So what is MIG? MIG is an arc welding process. ਜਿੱਦਾਂ ਕਿ ਆਪਾਂ ਪਿਛਲੀ ਇਸ ਵਾਲੀ ਸਲਾਈਡ 'ਚ ਵੀ ਕਿਹਾ ਕਿ arc welding process ਦੀ ਜਿਹੜੀਆਂ ਕੈਟਾਗਰੀਆਂ ਨੇ ਸਾਡੇ ਕੋਲ, ਉਹ ਸਾਰੀਆਂ ਨੇ SMAW, GMAW, GTAW and PAW means plasma arc welding. So MIG welding is also a arc welding process in which a continuous solid wire electrode is fed through a welding gun. ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਆਪਾਂ ਆਰਕ ਵੈਲਡਿੰਗ ਕਰਦੇ ਆ, ਉਹਦੇ ਵਿੱਚ ਸਾਡੇ ਕੋਲ ਦੋ ਫੇਸ ਨੇ, ਵਨ ਇਜ਼ ਪੋਜ਼ਿਟਿਵ ਐਂਡ ਨੈਗੇਟਿਵ। ਉਸ ਕੇਸ 'ਚ ਆਪਾਂ ਇੱਕ ਸ਼ਾਰਟ ਇਲੈਕਟ੍ਰੋਡ ਜਿਹੜਾ ਦੈਟ ਇਜ਼ ਕੰਜ਼ਿਊਮੇਬਲ ਇਲੈਕਟ੍ਰੋਡ, ਜਿਹੜਾ ਕਿ ਆਪਾਂ ਉਸ ਇਲੈਕਟ੍ਰੋਡ ਹੋਲਡਰ ਦੇ ਵਿੱਚ ਪੁੱਟ ਕਰਦੇ ਆ, ਤਾਂ ਉਸ ਜਗ੍ਹਾ ਤੇ ਆਪਣੀ ਵੈਲਡਿੰਗ ਜਿੱਥੇ ਕਰਨੀ ਹੁੰਦੀ ਆ ਦੋ ਪੀਸਿਸ ਨੂੰ ਜੋੜਨ ਵਾਸਤੇ, ਉੱਥੇ ਉਸ ਟਾਰਚ ਨੂੰ ਯੂਜ਼ ਕਰਕੇ ਆਪਾਂ ਵੈਲਡ ਕਰਦੇ ਆ। ਸੋ ਜੇਕਰ ਆਪਾਂ ਕੋਈ ਪ੍ਰੋਸੈਸ ਲੰਬਾ ਕਰ ਰਹੇ ਆ, ਉਸ ਜਗ੍ਹਾ ਦੇ ਉੱਪਰ ਕੀ ਆ ਕਿ ਸਾਡੇ ਕੋਲ ਦੁਬਾਰਾ ਇਲੈਕਟ੍ਰੋਡ ਚੇਂਜ ਕਰਨ ਦੀ ਬਜਾਏ ਇਹ ਜਿਹੜੀ ਮਿਗ ਵੈਲਡਿੰਗ ਆ ਇੱਕ ਸੋਲਿਡ ਸਟੇਟ ਵੈਲਡਿੰਗ ਆ, ਜਿਹਦੇ ਵਿੱਚ ਕੀ ਹੈ ਕਿ ਆਪਾਂ ਇੱਕ ਮਿਗ ਦਾ ਵਾਇਰ ਰੋਲਸ ਮੀਨਸ ਕੰਟੀਨਿਊਸ ਇਲੈਕਟ੍ਰੋਡ, ਠੀਕ ਹੈ ਜੀ, ਐਕਟ ਐਜ਼ ਅ ਵਾਇਰ, ਜਿਹੜਾ ਕਿ ਇੱਕ ਵਾਇਰ ਦੀ ਤਰ੍ਹਾਂ ਆਪਣੇ ਕੋਲ ਐਕਟ ਕਰ ਰਿਹਾ, ਉਹ ਕੰਟੀਨਿਊ ਫੀਡ ਕਰਦਾ ਹੈ ਥਰੂ ਦਾ ਗਨ ਲੱਗੀ ਹੁੰਦੀ ਹੈ, ਜਿਸ ਤਰੀਕੇ ਦੀ ਆਪਣੀ ਰਿਵਾਲਵਰ ਦੀ ਗਨ ਹੈ ਜਾਂ ਆਪਣੀ ਨਾਰਮਲ ਗਨ ਹੈ, ਇਸ ਤਰੀਕੇ ਦਾ ਇਸ ਗਨ ਹੁੰਦੀ ਹੈ ਜਿਹੜੀ ਕਿ ਇੱਕ ਵੈਲਡ ਪੂਲ ਕ੍ਰੀਏਟ ਕਰਦੀ ਹੈ। ਜਦੋਂ ਆਪਾਂ ਉਸ ਗਨ ਦੇ ਥਰੂ ਟੱਚ ਕਰਦੇ ਆ ਵਰਕ ਪੀਸ ਨੂੰ, ਤਾਂ ਉਹ ਜਗ੍ਹਾ ਤੇ ਇੱਕ ਵੈਲਡ ਪੂਲ ਹੁੰਦਾ। ਦ ਜੁਆਇਨਿੰਗ ਆਫ ਬੇਸ ਮਟੀਰੀਅਲ ਟੂਗੈਦਰ, ਜਦੋਂ ਆਪਾਂ ਦੋ ਪਾਰਟਸ ਨੂੰ ਜੋੜਨਾ, ਉਸ ਜਗ੍ਹਾ ਤੇ ਜਿਹੜੀ ਉਹਦੇ ਵਿੱਚ ਰੋਲਰ ਲੱਗੇ ਹੁੰਦੇ ਨੇ ਸਾਡੇ ਕੋਲ, ਵਾਇਰ ਰੋਲਰ, ਜਿਹੜੇ ਕਿ ਕੰਟੀਨਿਊ ਫੀਡ ਕਰਦੇ ਨੇ ਮਿਗ ਵਾਇਰ ਨੂੰ। ਉਸ ਦੇ ਨਾਲ ਕੀ ਹੈ ਕਿ ਜਿਹੜਾ ਸਾਡਾ ਮਿਗ ਦਾ ਵਾਇਰ ਆ ਉਹ ਅੱਗੇ ਕੰਟੀਨਿਊਸ ਫੀਡ ਕਰਦੀ ਆ, ਤਾਂ ਜਿਹੜੀ ਮੈਟਲ ਨੂੰ ਆਪਾਂ ਜੋੜਨਾ ਉਹਦੇ ਨਾਲ ਜੋ ਟੱਚ ਕਰਦੀ ਹੈ, ਤਾਂ ਜਿਹੜਾ ਸਾਡਾ ਸਰਕਟ ਹੈ ਨੈਗੇਟਿਵ ਪੋਜ਼ਿਟਿਵ ਦਾ ਕੰਪਲੀਟ ਹੋ ਜਾਂਦਾ ਤੇ ਆਰਕ ਜਿਹੜੀ ਹੈ ਉਹ ਜਨਰੇਟ ਹੋ ਜਾਂਦੀ ਹੈ। ਸੋ ਇਸ ਕੇਸ ਵਿੱਚ ਜਿਹੜੀ ਸਾਡੀ ਮਿਗ ਵੈਲਡਿੰਗ ਹੈ, ਇਹ ਸਾਡੀ 1920 ਸੈਂਚੁਰੀ ਦੇ ਵਿੱਚ ਜਿਹੜੀ ਸੀਗੀ ਬਾਏ P.O. ਨੋਬਲ ਆਫ ਜਨਰਲ ਇਲੈਕਟ੍ਰੋਨ ਦੁਆਰਾ ਇਹ ਜਿਹੜੀ ਆ ਇਹਦੀ ਇਨਵੈਂਸ਼ਨ ਕੀਤੀ ਗਈ ਸੀਗੀ 1920। ਉਸ ਤੋਂ ਬਾਅਦ 1920 ਤੋਂ ਬਾਅਦ 1940 ਵਿੱਚ ਦੁਬਾਰਾ ਇਸ ਨੂੰ ਚੇਂਜ ਕੀਤਾ ਗਿਆ, ਇਹਦੀ ਜਿਹੜੀਆਂ ਖਾਮੀਆਂ ਸੀਗੀਆਂ ਉਹ ਦੂਰ ਕੀਤੀਆਂ ਗਈਆਂ। ਸੋ ਇਸ ਜਗ੍ਹਾ ਤੇ ਜਦੋਂ ਆਪਣਾ ਇੱਕ ਕੰਟੀਨਿਊਸ ਪ੍ਰੋਸੈਸ ਕੰਪਲੀਟ ਕੀਤਾ ਗਿਆ, ਤਾਂ ਉਸ ਜਗ੍ਹਾ ਤੇ ਆਪਾਂ ਨੂੰ ਦੇਖਿਆ ਕਿ ਸਾਡੀ ਜਿਹੜੀ ਸ਼ੀਲਡ ਗੈਸ ਹੈ, ਇੱਕ ਸ਼ੀਲਡਿੰਗ ਗੈਸ ਹੈ, ਉਸ ਗੈਸ ਨੂੰ ਆਪਾਂ ਨੇ ਯੂਜ਼ ਕਰਨਾ ਹੈ ਇਸ ਮਿਗ ਵੈਲਡਿੰਗ ਦੇ ਵਿੱਚ, ਦੈਟ ਇਜ਼ CO2 ਗੈਸ ਦਾ ਯੂਜ਼ ਕੀਤਾ ਜਾਂਦਾ ਹੈ ਫॉर ਆਕਸੀਡਾਈਜ਼ ਦਾ ਮਟੀਰੀਅਲ। ਜਿਹੜੀਆਂ ਬਾਹਰਲੀਆਂ ਗੈਸਾਂ ਨੇ ਉਹ ਜਿਹੜੀਆਂ ਸਾਡਾ ਵਰਕ ਪੀਸ ਹੈ ਉਸ ਚੀਜ਼ ਨੂੰ ਜਿਹੜਾ ਇਫੈਕਟ ਨਾ ਕਰਨ,
in MIG welding stand for metal inert gas welding ਵੀ ਕਹਿੰਦੇ ਆ ਆਪਾਂ, GMAW gas metal arc welding ਵੀ ਕਹਿੰਦੇ ਆ, MIG ਵੀ ਕਹਿੰਦੇ ਆ ਤੇ MAG ਵੀ ਕਹਿੰਦੇ ਆ। all through the wire electrode is shielded gas fit through the wire gun। ਇੱਕ ਵਾਇਰ ਗਨ ਹੈ ਸਾਡੇ ਕੋਲ ਜਿਹੜੀ ਕਿ ਜਿਹਦੇ ਥਰੂ ਸਾਡੀ ਵਾਇਰ ਵੀ ਆ ਰਹੀ ਹੈ, ਸਾਡੀ ਗੈਸ ਦਾ ਜਿਹੜਾ ਫਲੋ ਹੈ ਉਸ ਦੇ ਥਰੂ ਜਿਹੜਾ ਆ ਰਿਹਾ ਸ਼ੀਲਡਿੰਗ ਪ੍ਰੋਵਾਈਡ ਕਰਨ ਵਾਸਤੇ ਜਿਹੜਾ ਅਸੀਂ ਜੁਆਇੰਟ ਲਗਾਉਣਾ ਹੈ। ਠੀਕ ਹੈ ਜੀ। ਉਸ ਤੋਂ ਅੱਗੇ ਦਾ ਪ੍ਰੋਸੈਸ ਇਜ਼ ਸੈਮੀ ਆਟੋਮੈਟਿਕ ਔਰ ਆਟੋਮੈਟਿਕ। ਜੇ ਪ੍ਰੋਸੈਸ ਨੂੰ ਆਪਾਂ ਦੋ ਤਰੀਕੇ ਦੇ ਨਾਲ ਕਰ ਸਕਦੇ ਹਾਂ। ਵਨ ਇਜ਼ ਇਹਦੇ ਵਿੱਚ ਆਪਾਂ ਫੰਕਸ਼ਨਿੰਗ ਜਿਹੜੀ ਹੈ ਉਸ ਨੂੰ ਆਪਾਂ ਸਟੋਰ ਵੀ ਕਰ ਸਕਦੇ ਹਾਂ ਮਸ਼ੀਨ ਦੇ ਵਿੱਚ, ਤੇ ਸੈਕੰਡ ਇਜ਼ ਆਪਾਂ ਉਸ ਨੂੰ ਸੈਮੀ ਆਟੋਮੈਟਿਕ ਕਰਕੇ ਮੈਨੂਅਲੀ ਵੀ ਕਰ ਸਕਦੇ ਹਾਂ ਤੇ ਆਟੋਮੈਟਿਕ ਵੀ ਕਰ ਸਕਦੇ ਹਾਂ। A constant voltage direct current power source is commonly used with GMAW, but the constant current system as well as alternating current can be used। ਇਹਦੇ ਵਿੱਚ ਆਪਾਂ ਨੇ ਜਿਹੜਾ ਕਰੰਟ ਹੈ ਉਹ ਕਾਂਸਟੈਂਟ ਦੇਣਾ। ਠੀਕ ਹੈ ਜੀ। ਉਸ ਤੋਂ ਬਾਅਦ ਇਹ ਸਾਡਾ ਕੰਪਲੀਟ ਪ੍ਰੋਸੈਸ ਹੈ। ਜਿਸ ਤਰੀਕੇ ਨਾਲ ਆਪਾਂ ਡਾਇਗਰਾਮ ਦੇਖ ਰਹੇ ਹਾਂ, ਇਹਦੇ ਵਿੱਚ ਸਾਡੇ ਕੋਲ ਸਿੰਪਲੀ ਸਾਰਾ ਕਲੀਅਰ ਕੀਤਾ ਗਿਆ ਹੈ ਕਿ ਜਿਹੜੀ ਇਹ ਆਪਣੇ ਕੋਲ ਗਨ ਪੜੀ ਹੈ, ਠੀਕ ਹੈ ਜੀ, ਉਹਦੇ ਉੱਪਰ 3 ਵਾਇਰ ਨਿਕਲੇ ਨੇ, ਰੈਡ, ਯੈਲੋ, ਬਲੂ। ਠੀਕ ਹੈ ਜੀ। ਯੈਲੋ ਜਿਹੜੀ ਹੈ ਸਟੈਂਡ ਫॉर ਸ਼ੀਲਡ ਗੈਸ, ਜੇ ਥਾਣੀ ਗੈਸ ਜਿਹੜੀ ਆ ਉਹ ਨੂਜ਼ਲ ਦੇ ਥਰੂ ਜਿਹੜੀ ਗਨ ਹੈ ਸਾਡੀ ਟ੍ਰਿਗਰ ਗਨ ਉਹਦੇ ਵਿੱਚ ਜਾ ਰਹੀ ਹੈ। ਸੈਕੰਡ ਵਨ ਇਜ਼ ਦਾ ਸੋਲਿਡ ਵਾਇਰ ਇਲੈਕਟ੍ਰੋਡ। ਜਿਹੜਾ ਇਲੈਕਟ੍ਰੋਡ ਜਿਹੜਾ ਸਾਡਾ ਵਾਇਰ ਹੈ, ਜਿਹੜਾ ਵਾਇਰ ਪੂਲ ਤੋਂ ਇਲੈਕਟ੍ਰੋਡ ਜਿਹੜਾ ਰੋਲਰ ਨੇ ਉਹਦੇ ਥਰੂ ਫੀਡ ਕਰ ਰਿਹਾ ਕਿਹਦੇ ਵਿੱਚ, ਵਾਇਰ ਜਿਹੜਾ ਸਾਡਾ ਗਨ ਟ੍ਰਿਗਰ ਹੈ ਉਹਦੇ ਨਾਲ। ਉਸ ਤੋਂ ਅੱਗੇ ਹੈ ਜੀ ਨੋਜ਼ਲ। ਨੋਜ਼ਲ ਦੇ ਥਰੂ ਇਹ ਜਿਹੜੀਆਂ ਦੋਨੇ ਚੀਜ਼ਾਂ ਜਿਹੜੀਆਂ ਨੇ ਉਹ ਸ਼ੀਲਡਡ ਗੈਸ ਜਿਹੜੀ ਦੇਖੋ ਪ੍ਰੋਵਾਈਡ ਕਰ ਰਹੀ ਹੈ। ਠੀਕ ਹੈ ਜੀ। ਉਸ ਤੋਂ ਅੱਗੇ ਆਪਣੇ ਕੋਲ ਹੈਗਾ ਜੀ ਮੈਲਟਨ ਪੂਲ, ਜਿਹੜਾ ਕਿ ਉਸ ਜਿਹੜਾ ਆਪਾਂ ਦੋ ਜਿਹੜਾ ਪਰਪਲ ਸ਼ੇਡ ਹੈ ਉਹ ਸਾਡੀ ਸੋਲਿਡ ਵੈਲਡ ਮੈਟਲ ਹੈ ਜਿਹੜੀ ਕਿ ਸਾਡੀ ਜੁਆਇੰਟ ਲੱਗ ਚੁੱਕਿਆ। ਉਸ ਤੋਂ ਅੱਗੇ ਰੈੱਡ ਕਲਰ ਦਾ ਸ਼ੋ ਕਰ ਰਿਹਾ ਜੀ ਮੈਲਟਨ ਵੈਲਡ, ਜਿਸ ਜਗ੍ਹਾ ਤੇ ਉੱਪਰ ਜਿਹੜੀ ਉਹ ਵਾਇਰ ਟੱਚ ਕਰ ਰਹੀ ਹੈ ਤਾਂ ਜਿਹੜਾ ਪੂਲ ਹੈ ਉਹ ਜਨਰੇਟ ਹੋ ਰਿਹਾ। ਠੀਕ ਹੈ। ਇਹ ਸਿੰਪਲੀ ਇੱਕ ਇਹਦੀ ਜਿਹੜਾ ਡਾਇਗਰਾਮ ਆ ਇਹ ਸਾਨੂੰ ਸਾਰਾ ਕੁਝ ਜਿਹੜਾ ਉਹ ਕਲੀਅਰ ਕਰ ਰਹੀ ਹੈ। ਇਹ ਸਾਡੇ ਕੋਲ ਆਪਣੇ ਕੋਲ ਸਿਸਟਮ ਆ ਗਿਆ ਜੀ, ਜਿਹਦੇ ਵਿੱਚ ਆਪਣੇ ਕੋਲ ਦੇਖੋ CO2 ਸਿਲੰਡਰ ਲੱਗਾ ਜਿਹੜਾ ਸ਼ੀਲਡਿੰਗ ਗੈਸ ਪ੍ਰੋਵਾਈਡ ਕ੍ਰੀਏਟ ਕਰ ਰਿਹਾ। ਮਿਗ ਵੈਲਡਿੰਗ ਦਾ ਸੈਟਅਪ ਲੱਗਿਆ, ਪੋਜ਼ਿਟਿਵ ਨੈਗੇਟਿਵ ਜਿਹੜਾ ਸਾਡਾ ਉਹ ਸਰਕਟ ਇਲੈਕਟ੍ਰੀਕਲੀ ਸਰਕਟ ਜਿਹੜਾ ਉਹ ਕੰਪਲੀਟ ਕਰ ਰਿਹਾ। ਸਭ ਤੋਂ ਉੱਪਰ ਇਹਦੇ ਇਲੈਕਟ੍ਰੋਡ ਸਪੂਲ ਲੱਗਾ ਹੋਇਆ ਜੀ। ਇਹਦੇ ਵਿੱਚ ਇੱਕ ਰੋਲਰ ਹੁੰਦਾ, ਕਾਫੀ ਵੱਡਾ ਰੋਲਰ ਹੁੰਦਾ, ਜਿਹਦੇ ਨਾਲ ਕੀ ਆ ਕੰਟੀਨਿਊਸ ਜਿਹੜੀ ਹੈ ਸਾਡੀ ਵਾਇਰ ਆ ਉਹ ਫੀਡ ਕਰਦੀ ਹੈ, ਤਾਂ ਉਹਦੇ ਨਾਲ ਜਿਹੜੀ ਸਾਡੀ ਵੈਲਡਿੰਗ ਆ ਉਹ ਜਿਹੜੀ ਆ ਉਹ ਹੁੰਦੀ ਹੈ। ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਜੇ ਕਿ ਜਿਹੜੀ ਵੈਲਡਿੰਗ ਗਨ ਹੈ, ਵੈਲਡਿੰਗ ਗਨ ਦੇ ਵਿੱਚ ਆਪਾਂ ਵਰਕ ਪੀਸ ਨੂੰ ਅਰਥ ਕਲੈਂਪ ਦੇ ਨਾਲ ਟੱਚ ਕੀਤਾ ਹੈ, ਤਾਂ ਜਿਸ ਤਰੀਕੇ ਨਾਲ ਉਹ ਟੱਚ ਕਰੇਗੀ ਤਾਂ ਉਹ ਜਗ੍ਹਾ ਤੇ ਇੱਕ ਵੈਲਡਿੰਗ ਪੂਲ ਜਿਹੜਾ ਵੈਲਡ ਪੂਲ ਹੈ ਉਹ ਕ੍ਰੀਏਟ ਹੋ ਜਾਏਗਾ। ਠੀਕ ਹੈ। ਇਹ ਡਿਪੈਂਡ ਕਰੇਗਾ ਸਾਡਾ ਸਿਸਟਮ ਦੇ ਆਪਾਂ ਸਾਡਾ ਫੀਡ ਰੇਟ, ਠੀਕ ਹੈ, ਟਰੈਵਲ ਆਫ ਸਪੀਡ, ਠੀਕ ਹੈ ਜੀ, ਸਪਲਾਈ ਆਫ ਗੈਸ ਦੇ ਉੱਪਰ। ਨੈਕਸਟ ਵਨ ਇਜ਼ ਦਿਸ ਵਨ ਇਜ਼ ਦਾ EWM। ਇੱਕ ਜਰਮਨ ਦੀ ਇਹ ਕੰਪਨੀ ਹੈ EWM, ਇਹਦੀ ਇਹ ਮਸ਼ੀਨ ਮਿਗ ਵੈਲਡਿੰਗ ਹੈ। ਇਹਦੇ ਵਿੱਚ ਆਪਾਂ ਡਿਫਰੈਂਟ ਪ੍ਰੋਗਰਾਮਸ ਨੂੰ ਵੀ ਸੈੱਟ ਕਰ ਸਕਦੇ ਹਾਂ। ਕਿ ਸਪੋਜ਼ ਕਰੋ ਆਪਾਂ ਨੇ ਬਾਰ-ਬਾਰ ਆਪਾਂ ਨੇ ਕੰਮ ਕਰਨਾ ਹੈ ਕਿ ਸਾਨੂੰ ਪਤਾ ਹੈ ਕਿ ਸਾਡੀ ਵਾਇਰ ਜਿਹੜੀ ਹੈ ਉਹ 5 mm ਦੀ ਹੈ ਜਾਂ 7 mm ਦੀ ਯੂਜ਼ ਕੀਤੀ ਹੈ, ਤੇ ਆਪਾਂ ਨੇ ਹੁਣ 2 ਬੱਟ ਜੁਆਇੰਟ ਲਗਾਉਣਾ ਹੈ, ਤਾਂ ਆਪਾਂ ਨੂੰ ਉਸ ਤਰੀਕੇ ਨਾਲ ਪ੍ਰੋਗਰਾਮਿੰਗ ਵਿੱਚ ਸੈੱਟ ਕੀਤੀ ਜਾਊਗੀ ਕਿ ਆਪਾਂ ਨੇ ਜਿਹੜਾ ਪ੍ਰੋਗਰਾਮ ਬੱਟ ਜੁਆਇੰਟ ਦਾ ਜੇ 1 ਨੰਬਰ ਸੈੱਟ ਕੀਤਾ ਹੈ ਤੇ ਆਪਾਂ ਦੀ ਸੈਟਿੰਗ ਜਿਹੜੀ ਹੈ ਸਾਰੇ ਪੈਰਾਮੀਟਰਸ ਜਿਹੜੇ ਨੇ ਉਹ ਬੱਟ ਜੁਆਇੰਟ ਦੇ ਅਕੋਰਡਿੰਗ ਹੀ ਸੈੱਟ ਹੋ ਜਾਣਗੇ। ਆਪਾਂ ਨੂੰ ਬਾਰ-ਬਾਰ ਇਹਦੀ ਮਸ਼ੀਨ ਦੀ ਸੈਟਿੰਗ ਜਿਹੜੀ ਹੈ ਉਹ ਨਹੀਂ ਕਰਨੀ ਪਏਗੀ। ਆਪਾਂ ਸਿੱਧਾ ਪ੍ਰੋਗਰਾਮ ਤੇ ਜਾਵਾਂਗੇ, ਪ੍ਰੋਗਰਾਮ ਨੰਬਰ 1 ਕਲਿੱਕ ਕਰਾਂਗੇ ਤੇ ਸਾਡੇ ਜਿਹੜੇ ਪ੍ਰੋਗਰਾਮ 1 ਦੇ ਉੱਪਰ ਜਿੰਨੇ ਸਾਡੇ ਬੱਟ ਜੁਆਇੰਟ ਲਾਉਣ ਵਾਸਤੇ ਪੈਰਾਮੀਟਰਸ ਨੇ ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਸੈੱਟ ਹੋ ਜਾਣਗੇ, ਤਾਂ ਆਪਾਂ ਈਜ਼ੀਲੀ ਜਿਹੜਾ ਵਾ ਉਹ ਬੱਟ ਜੁਆਇੰਟ ਲਗਾ ਸਕਦੇ ਹਾਂ ਜਾਂ ਟੀ ਜੁਆਇੰਟ ਲਗਾ ਸਕਦੇ ਹਾਂ। ਠੀਕ ਹੈ ਜੀ। ਇਹਦੇ ਵਿੱਚ ਜਿਹੜਾ ਉੱਪਰ ਪੋਰਸ਼ਨ ਪਿਆ ਹੋਇਆ ਉਹਦੇ ਵਿੱਚ ਸਾਡੇ ਰੋਲਰਸ ਨੇ, ਜਿਹੜਾ ਹਾਰਡ ਕਹ ਲਓ ਇੱਕ ਮਸ਼ੀਨ ਦਾ ਕਿ ਜਿਹਦੇ ਥਰੂ ਜਿਹੜੀ ਸਾਡੀ ਵਾਇਰ ਹੈ ਉਹ ਜਿਹੜੀ ਆ ਉਹ ਜਾਏਗੀ। ਉਸ ਤੋਂ ਬੈਕ ਸਾਈਡ ਤੇ ਬਲੈਕ ਕਲਰ ਦਾ ਜਿਹੜਾ ਉਹ ਸਾਡੇ ਕੋਲ ਹੋਲਡਰ ਹੈ ਜਿਹੜਾ ਕਿ ਵਾਇਰ ਨੂੰ ਹੋਲਡ ਕਰਦਾ। These are the beads। ਜਦੋਂ ਆਪਾਂ beads ਲਗਾਉਂਦੇ ਆ ਤਾਂ ਆਪਾਂ ਮੋਸਟਲੀ ਡਿਪੈਂਡ ਕਰਦਾ ਕਿ ਸਾਡੀ ਸਪੀਡ ਦੇ ਉੱਪਰ ਕਿ ਆਪਾਂ ਕਿਸ ਤਰੀਕੇ ਦੀ ਸਪੀਡ ਰੱਖੀ। ਜੇ ਆਪਾਂ ਫਾਸਟ ਸਪੀਡ ਰੱਖਾਂਗੇ ਤਾਂ ਉਹਦਾ ਜੁਆਇੰਟ ਜਿਹੜਾ ਉਹ ਸੈਂਟਰ ਵਾਲਾ ਜਿਹੜਾ ਤੁਸੀਂ ਦੇਖ ਰਹੇ ਫਾਸਟ ਵਾਲਾ ਉਸ ਤਰੀਕੇ ਦਾ ਜਿਹੜਾ ਬਰੀਕ ਜੁਆਇੰਟ ਲੱਗੇਗਾ।
ठीक है जी, ਉਹਦੀ ਜਿਹੜੀ ਡੈਪਥ ਆ ਉਹ ਵੀ ਘੱਟ ਹੋਏਗੀ ਤਾਂ ਉਹ ਜਿਹੜਾ ਜੁਆਇੰਟ ਆ ਉਹ ਸਟਰੋਂਗ ਨਹੀਂ ਹੋਏਗਾ। ਜੇਕਰ ਆਪਾਂ ਸਲੋ ਕਰਾਂਗੇ ਤਾਂ ਉਹ ਜਿਹੜਾ ਸਾਡਾ ਜੁਆਇੰਟ ਆ ਉਹ ਕਾਫੀ ਥਿਕਨੈਸ ਦੇ ਵਿੱਚ ਜ਼ਿਆਦਾ ਮੋਟਾ ਹੋ ਜਾਏਗਾ, ਵਿਡਥ ਉਹਦੀ ਜ਼ਿਆਦਾ ਹੋ ਜਾਏਗੀ। ਠੀਕ ਹੈ, ਉਸ ਤੋਂ ਅੱਗੇ ਸਭ ਤੋਂ ਫਸਟ ਵਨ ਇਜ਼ ਦਾ ਓਕੇ ਇਜ਼ ਜਿਹੜਾ ਕਿ ਸਾਡਾ ਜਦੋਂ ਆਪਾਂ ਨੇ ਉਹਦੀ ਟਰੈਵਲ ਸਪੀਡ ਜਾਂ ਉਹਦਾ ਜਿਹੜਾ ਗੈਸ ਦਾ ਫਲੋ ਸਭ ਕੁਝ ਓਕੇ ਰੱਖਿਆ ਤਾਂ ਉਹਦੇ ਨਾਲ ਜਿਹੜਾ ਸਾਡਾ ਰਿਜ਼ਲਟ ਆਏਗਾ ਉਹ ਫਸਟ ਵਨ ਆਏਗਾ। ਦਿਸ ਵਨ ਇਜ਼ ਦਾ ਐਕਸਪੈਰੀਮੈਂਟਲ ਸਟੱਡੀ। So different types of shielding gas and electrodes are used in the MIG welding process। ਜਿੱਦਾਂ ਕਿ ਆਪਾਂ ਨੇ ਕਿਹੜੇ ਔਜ਼ਾਰ ਕਿਹੜੀ ਗੈਸ ਜਿਹੜੀ ਹੈ ਕਿ ਯੂਜ਼ ਕਰਨੀ ਹੈ MIG welding ਦੇ ਵਿੱਚ, ਉਹਦੇ ਬਾਰੇ ਸਾਰੀ ਇੱਕ ਜਾਣਕਾਰੀ। ਸੋ ਜਿਵੇਂ ਆਪਣੇ ਕੋਲ ਆ ਜਾਂਦਾ ਹੈ ਇਕਵਿਪਮੈਂਟ, ਸਭ ਤੋਂ ਪਹਿਲਾਂ ਸਾਨੂੰ ਪਾਵਰ ਸਪਲਾਈ ਚਾਹੀਦੀ ਹੈ। ਪਾਵਰ ਸਪਲਾਈ ਤੋਂ ਬਾਅਦ ਸਾਨੂੰ ਗੈਸ ਸਪਲਾਈ ਚਾਹੀਦੀ ਹੈ। ਵਾਇਰ ਫੀਡਰ ਚਾਹੀਦਾ ਕਿ ਜਿਹੜਾ ਸਾਡੀ ਵਾਇਰ ਫੀਡ ਕਰੇ। ਠੀਕ ਹੈ ਜੀ, ਉਸ ਤੋਂ ਨੈਕਸਟ ਹੈ ਜੀ ਗਨ ਐਂਡ ਵਿਪ ਐਂਡ ਪ੍ਰੋਸੈਸ। ਗਨ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਕਿ ਇਹ ਗਨ ਟ੍ਰਿਗਰ ਗਨ ਬਣੀ ਹੈ, ਇਹਦੇ ਵਿੱਚੋਂ ਦੀ ਸਾਡੀ ਗੈਸ ਵੀ ਨਿਕਲੇਗੀ ਤੇ ਸਾਡੀ ਜਿਹੜੀ ਵਾਇਰ ਹੈ ਉਹ ਵੀ ਫੀਡ ਕਰੇਗੀ। ਆਪਾਂ ਉਸ ਤੋਂ ਉੱਪਰ ਜਿਹੜੇ ਗੈਸ ਯੂਜ਼ ਕਰਾਂਗੇ, ਠੀਕ ਹੈ ਜੀ, ਉਹ ਸਾਡੀ ਆਏਗੀ CO2 ਗੈਸ, ਕਾਰਬਨ ਡਾਈਆਕਸਾਈਡ ਗੈਸ। ਨੈਕਸਟ ਵਨ ਇਜ਼ ਦਾ MIG welders। ਕਿਹੜੀ ਰਿਕੁਆਇਰਮੈਂਟ ਜਿਹੜਾ ਇੱਕ MIG welder ਆ ਉਹਦੇ ਵਾਸਤੇ ਕੀ ਚੀਜ਼ਾਂ ਨੇ ਉਹਦੇ ਵਿੱਚ ਆਪਣੇ ਕੋਲ ਹੈ ਜੀ ਸਾਰਾ। mostly welder used for MIG welding as direct current machine of the constant voltage type। ਸੋ ਜਿਹੜੀ ਆਪਣੇ ਕੋਲ MIG welding ਹੈ ਜੀ ਇੱਕ DC ਮਸ਼ੀਨ ਹੈ ਜਿਹੜੀ ਕਿ ਇੱਕ ਟਰਾਂਸਫਾਰਮਰ ਜਿਹੜਾ ਇਹਦਾ DC ਸਪਲਾਈ ਦੇ ਨਾਲ ਚੱਲਦਾ ਹੈ। MIG welding machine must be designed to produce a constant voltage। ਇਹਦੇ ਵਿੱਚ ਜਿਹੜੀ ਵੋਲਟੇਜ ਹੈ ਸਾਡੀ ਉਹ ਆਪਾਂ ਨੂੰ constant ਮਿਲਦੀ ਹੈ ਜੀ। with a constant voltage MIG machine ਦੀ output voltage will very little and large changes in the current। ਉਹਦੇ ਵਿੱਚ ਜਦੋਂ ਸਾਡੀ ਆਊਟਪੁੱਟ ਹੈ ਉਹ ਬਿਲਕੁਲ ਘੱਟ ਚੇਂਜ ਹੋਏਗੀ, ਸਾਡਾ ਕਰੰਟ ਜਿਹੜਾ ਉਹ ਜ਼ਿਆਦਾ ਚੇਂਜ ਹੋਏਗਾ। ਸੋ welding voltage has an effect on bead with spatters, undercut and penetration। ਜਦੋਂ ਵੋਲਟੇਜ ਜ਼ਿਆਦਾ ਹੋਏਗੀ ਸਾਡੀ ਜਾਂ ਵੋਲਟੇਜ ਫਲਕਚੁਏਸ਼ਨ ਕਰੇਗੀ, ਉਹਦੇ ਨਾਲ ਜਿਹੜੇ ਸਪੈਟਰਸ ਵਗੈਰਾ ਸਾਡੇ ਉਹ ਕਾਫੀ ਹੋਣਗੇ, ਪੈਨਟ੍ਰੇਸ਼ਨ ਦੀ ਪ੍ਰੋਬਲਮ ਆਏਗੀ, ਅੰਡਰਕਟ ਦੀ ਪ੍ਰੋਬਲਮ ਆਏਗੀ। ਦੀ ਕਨਸਟੈਂਟ ਵੋਲਟੇਜ ਮਸ਼ੀਨਸ ਆਰ ਡਿਜ਼ਾਈਨ ਸੋ ਦੈਟ ਦੀ ਆਰਕ ਵੋਲਟੇਜ ਚੇਂजेस। ਜਿਹੜੀ ਆਰਕ ਵੋਲਟੇਜ ਹੈ ਉਹ ਜਿਹੜੀ ਉਹ ਚੇਂਜ ਕਰੇ ਜੀ। ਕਨਸਟੈਂਟ ਵੋਲਟੇਜ ਮਸ਼ੀਨ ਜਿਹੜੀਆਂ MIG ਹੈ ਉਹ ਇਸ ਲਈ ਡਿਜ਼ਾਈਨ ਕੀਤੀਆਂ ਗਈਆਂ ਨੇ। ਦੀ ਆਰਕ ਕਰੰਟ ਇਜ਼ ਆਟੋਮੈਟਿਕਲੀ ਐਡਜਸਟਡ ਫॉर ਇਟਸੈਲਫ। ਦਿਸ ਵਨ ਇਜ਼ ਦਾ ਸਟਰਕਚਰ ਆਫ ਦਾ MIG welders। ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਪਿੱਛੇ ਇੱਕ ਵੈਲਡਿੰਗ ਪੂਲ ਜਿਹੜਾ ਸਾਡਾ MIG ਰੋਲ ਲੱਗਾ ਹੋਇਆ। ਉਸ ਤੋਂ ਅੱਗੇ ਜਿਹੜਾ ਸਿਸਟਮ ਹੈ ਯੈਲੋ ਵਾਲਾ ਉਹ ਸਾਡੇ ਕੋਲ ਫੀਡਰ ਹੈ ਜੀ ਜਿਹੜਾ ਕਿ ਫੀਡ ਕਰ ਰਿਹਾ ਆਪਣਾ MIG ਵਾਇਰ ਨੂੰ। ਠੀਕ ਹੈ ਜੀ, ਉਹਦੇ ਉੱਤੋਂ ਸਾਈਡ ਤੋਂ ਸਾਡਾ ਆਪਣਾ ਜਿਹੜਾ ਟਰਾਂਸਫਾਰਮਰ ਸੈੱਟ ਪਿਆ ਹੋਇਆ। mostly MIG welders unit have 3 adjustment। ਜਿਹੜੀਆਂ ਸਾਡੇ ਕੋਲ MIG welder ਦੀਆਂ 3 adjustments ਨੇ ਬੇਸਿਕਲੀ, ਜਿਹੜੀਆਂ ਕਿ ਸਾਡੀਆਂ ਬੈਲੈਂਸ ਕਰਦੀਆਂ ਨੇ ਇੱਕ ਵੈਲਡ ਦੀ ਕੁਆਲਿਟੀ ਨੂੰ। ਕਿਉਂਕਿ ਵੈਲਡ ਦੀ ਕੁਆਲਿਟੀ ਜਿਹੜੀ ਹੈ ਸਾਨੂੰ ਜਿਹੜੀ ਉਹ ਕੰਟਰੋਲ ਕਰਨ ਵਾਸਤੇ ਕੁਛ ਨਾ ਕੁਛ ਪੈਰਾਮੀਟਰਸ ਨੂੰ ਧਿਆਨ ਰੱਖਣਾ ਪਏਗਾ। ਜੇਕਰ ਆਪਾਂ ਨੇ ਕੁਆਲਿਟੀ ਵਾਈਜ਼ ਜੁਆਇੰਟ ਦੀ ਕੁਆਲਿਟੀ ਵੀ ਵਧੀਆ ਲੈਣੀ ਆ ਤੇ ਜੁਆਇੰਟ ਜਿਹੜੇ ਆ ਸਪੈਟਰ ਫ੍ਰੀ ਲੈਣੇ ਨੇ ਜਾਂ ਉਹਦੇ ਵਿੱਚ ਬਲੋ ਹੋਲਸ ਨਾ ਹੋਣ। ਠੀਕ ਹੈ ਜੀ, ਇਹਨਾਂ ਸਾਰਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਾਂ ਨੇ 3 ਪੈਰਾਮੀਟਰਸ ਦਾ ਜਿਹੜਾ ਵਾ ਬੇਸਿਕਲੀ ਜ਼ਿਆਦਾ ਧਿਆਨ ਰੱਖਣਾ ਹੈ। ਉਹ ਜਿਹੜੇ 3 ਪੈਰਾਮੀਟਰਸ ਨੇ, ਵਨ ਇਜ਼ ਦਾ ਵੋਲਟੇਜ ਕੰਟਰੋਲ। ਜਿਵੇਂ ਆਪ ਨੂੰ ਸਭ ਨੂੰ ਪਤਾ ਹੈ ਕਿ ਵੋਲਟੇਜ ਦੀ ਹੀ ਦਿੱਕਤ ਕਰਕੇ ਜਿਹੜੀ ਸਾਡੀ ਜੁਆਇੰਟ ਦੀ ਕਲੈਰਿਟੀ ਹੈ ਜਾਂ ਜੁਆਇੰਟ ਦੀ ਕੁਆਲਿਟੀ ਆ ਉਹ ਘਟ ਜਾਂਦੀ ਹੈ। ਉਸ ਤੋਂ ਅੱਗੇ ਜੀ ਵਾਇਰ ਫੀਡ ਸਪੀਡ। ਸੋ ਜਿੰਨੀ ਸਾਡੀ ਸਪੀਡ ਜ਼ਿਆਦਾ ਹੋਏਗੀ ਉਨੀ ਮਾਤਰਾ ਦੇ ਵਿੱਚ ਸਾਡਾ ਜਿਹੜਾ ਇਲੈਕਟ੍ਰੋਡ ਆ ਜਲਦੀ ਮੂਵ ਕਰੇਗਾ, ਉਨੀ ਜਿਹੜੀ ਸਾਡੀ ਕੁਆਲਿਟੀ ਆ ਉਹ ਰਿਡਿਊਸ ਹੋਏਗੀ। ਉਹਦੇ ਨਾਲ ਕੀ ਆ, ਉਹਨੇ ਪੈਨੀਟ੍ਰੇਸ਼ਨਸ ਹੋਣਗੀਆਂ, ਉਹਨੀਆਂ ਉਹਦੇ ਵਿੱਚ ਬਲੋ ਹੋਲਸ ਹੋਣਗੀਆਂ। ਜਿਹੜਾ ਸਾਡਾ ਜੁਆਇੰਟ ਹੈ ਉਹਦੇ ਵਿੱਚ ਕ੍ਰੈਕਸ ਆ ਜਾਣਗੇ ਜਾਂ ਉਹਦੇ ਵਿੱਚ ਬਲੋ ਹੋਲਸ ਆ ਜਾਣਗੇ ਕਿ ਜਿਹੜਾ ਕਿ ਜਦੋਂ ਲੋਡ ਪੈਣ ਤੇ ਜਾਂ ਜਦੋਂ ਆਪਾਂ ਵਰਕਆਊਟ ਕਰਾਂਗੇ ਉਹਦੇ ਜਿੰਨੀ ਉਹਦੀ ਸ਼ਮਤਾ ਹੈ ਜੁਆਇੰਟ ਦੀ ਲੋਡ ਸਹਿਣ ਦੀ, ਉਹ ਤੋਂ ਪਹਿਲਾਂ ਹੀ ਉਹ ਜਿਹੜਾ ਉਹ ਬ੍ਰੇਕ ਕਰ ਜਾਏਗਾ। And next one is the shielded gas flow। So gas flow is one of the most important flow rate। ਠੀਕ ਹੈ ਜੀ, ਜਿਸ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹਾਂ ਕਿ ਵੋਲਟੇਜ ਕੰਟਰੋਲ ਤੋਂ ਬਾਅਦ ਜਿਹੜਾ ਸ਼ੀਲਡਡ ਗੈਸ ਦਾ ਫਲੋ ਹੈ, ਸ਼ੀਲਡਡ ਗੈਸ ਦਾ ਫਲੋ ਜਿਹੜਾ ਉਹ ਕਾਫੀ ਇੰਪੋਰਟੈਂਟ ਹੈ।
ਕਿਉਂਕਿ ਜਿਸ ਤਰੀਕੇ ਦੇ ਨਾਲ ਸਾਡੀ ਸ਼ੀਲਡਿੰਗ ਗੈਸ ਜਿਹੜੀ ਹੈ ਉਹ ਜਿੰਨੀ ਏਰੀਆ ਦੇ ਉੱਪਰ ਉਹ ਏਰੀਆ ਕਵਰ ਕਰੇਗੀ ਚੰਗੀ ਤਰ੍ਹਾਂ ਵਧੀਆ ਤਰੀਕੇ ਦੇ ਨਾਲ ਉਹ ਕਵਰ ਕਰੇਗੀ, ਉਨੀ ਹੀ ਵਧੀਆ ਸਾਡੀ ਜੌਇੰਟ ਦੀ ਕਲੈਰਿਟੀ ਹੋਏਗੀ। ਕਿਉਂਕਿ ਇਹਦੇ ਨਾਲ ਹੀ ਹੋਏਗਾ ਕਿ ਸਾਡੀਆਂ ਜਿਹੜੀਆਂ ਬਾਹਰ ਦੀਆਂ ਗੈਸਿਸ ਨੇ ਉਹ ਇਸ ਤੋਂ ਆਕਸੀਡਾਈਜ਼ ਹੋਣ ਤੋਂ ਬਚਾਉਣਗੀਆਂ। ਉਹ ਬਾਹਰਲੀਆਂ ਗੈਸਾਂ ਨੂੰ ਆਕਸੀਡਾਈਜ਼ ਨਹੀਂ ਹੋਣ ਦਿੱਤਾ ਜਾਏਗਾ, ਸਾਡਾ ਜੁਆਇੰਟ ਜਿਹੜਾ ਹੈ ਕਿ ਉਹ ਵਧੀਆ ਕੁਆਲਿਟੀ ਦੇ ਵਿੱਚ ਰਹੇਗਾ। ਸੋ ਵਾਇਰ ਫੀਡਰ ਸਿਸਟਮ ਦੇ ਵਿੱਚ ਤੁਸੀਂ ਜਿਸ ਤਰੀਕੇ ਨਾਲ ਦੇਖ ਰਹੇ ਕਿ ਸਾਡੀ ਵਾਇਰ ਲੱਗੀ ਹੋਈ ਆ, ਠੀਕ ਹੈ ਜੀ, to move the electrode wire from the spool to the MIG welding gun, run the wire through a channel and system of drive wheel। ਇੱਕ ਸਾਡੇ ਕੋਲ ਇੱਕ wheel drive ਲੱਗਾ ਹੋਇਆ, ਉਹਦੇ ਉੱਪਰ ਸਾਡੀ ਜਿਹੜੀ ਹੈ ਉਹ MIG welding ਦਾ ਜਿਹੜਾ ਰੋਲ ਹੈ, ਠੀਕ ਹੈ ਜੀ, ਬੇਸਿਕਲੀ MS ਇਲੈਕਟ੍ਰੋਡ ਦੀ ਤਰ੍ਹਾਂ ਹੀ ਹੁੰਦਾ, ਬਟ ਇਹਦੇ ਵਿੱਚ ਕੋਟਿੰਗ ਜਿਹੜੀ ਆ ਉਹ ਕਾਪਰ ਦੀ ਹੁੰਦੀ ਹੈ। ਸੋ ਇਹਨੂੰ ਆਪਾਂ ਕਹਿ ਦਿੰਦੇ ਆ ਕਿ ਕਾਪਰ ਵਾਇਰ ਹੈ, ਠੀਕ ਹੈ ਜੀ, ਬਟ ਇਹ ਬੇਸਿਕਲੀ ਕਾਪਰ ਕੋਟਡ ਹੁੰਦੀ ਹੈ ਜੀ। ਉਸ ਦੇ ਨਾਲ ਇਹ ਫੀਡ ਸਿਸਟਮ ਲੱਗਾ ਹੋਇਆ ਕਿ ਜਿਹੜਾ ਸਾਡਾ ਉਸ ਵਾਇਰ ਨੂੰ ਉਸ ਵੀਲ ਤੋਂ ਜਿਹੜਾ ਕਿ ਉਹ ਪੁਸ਼ ਕਰੇਗਾ ਤਾਂ ਜਿਹੜਾ ਸਾਡਾ ਅੱਗੇ ਟ੍ਰਿਗਰ ਹੈ ਉਹ ਉਹਨੂੰ ਪੁੱਲ ਕਰੇਗਾ, ਤਾਂ ਜਿਹੜੀ ਵੈਲਡਿੰਗ ਹੈ ਜਿਹੜੀ ਸਾਡੀ ਜਿਹੜੀ ਕਹ ਲੋ ਕਿ ਵਾਇਰ ਹੈ, ਠੀਕ ਹੈ ਜੀ, ਉਸ ਨੂੰ ਇਹ ਫੀਡ ਕਰੇਗਾ ਸਿਸਟਮ ਦੇ ਥਰੂ। ਸੋ ਬੇਸਿਕਲੀ ਜਿਹੜਾ ਵਾਇਰ ਫੀਡਰ ਹੈ ਇਹਦਾ ਫੰਕਸ਼ਨ ਕੀ ਹੈ, ਕਿਉਂਕਿ ਵਾਇਰ ਫੀਡਰ ਦੇ ਆਪਾਂ ਦੇਖ ਤਾਂ ਲਿਆ, ਬਟ ਇਹਦਾ ਫੰਕਸ਼ਨ ਕੀ ਹੈ ਕਿ ਇਹ ਕਿਸ ਤਰੀਕੇ ਦੇ ਨਾਲ ਜਿਹੜੀ ਆ ਵਾਇਰ ਆ ਉਹਨੂੰ ਫੀਡ ਕਰੇਗਾ। ਦੀ ਕਨਸਟੈਂਟ ਰੇਟ ਆਫ ਵਾਇਰ ਫੀਡ ਇਜ਼ ਨੈਸੈਸਰੀ ਟੂ ਅਸ਼ੋਰ ਅ ਸਮੂਥ ਇਵਨ ਆਰਕ। ਜਿਹੜੀ ਆਪਣੇ ਕੋਲ ਆਰਕ ਜਨਰੇਟ ਆਪਾਂ ਕਰਨੀ ਆ, ਪੂਲ ਨੂੰ ਬਣਾਉਣਾ, ਉਹਦੇ ਵਾਸਤੇ ਸਾਨੂੰ ਇੱਕ ਸਿਸਟਮੈਟਿਕਲੀ ਇੱਕ ਐਕੂਰੇਟ ਰੇਟ ਦੇ ਵਿੱਚ ਜਿਹੜੀ ਸਾਡੀ ਵਾਇਰ ਆ ਉਹਨੂੰ ਫੀਡ ਕਰਨਾ ਪਏਗਾ। So wire feed vary with the metal thickness, metal thickness ਦੇ according ਹੀ ਉਹ ਜਿਹੜੀ ਸਾਡੀ ਵਾਇਰ ਹੈ ਉਹ ਸਪੀਡ ਹੈ ਉਹ ਵੇਰੀ ਕਰੇਗੀ। Types of joint and position of the wire, ਕਿਸ ਤਰੀਕੇ ਦਾ ਅਸੀਂ ਜੋੜ ਲਗਾਉਣਾ ਤਾਂ ਉਸ ਜੁਆਇੰਟ ਦੀ ਕੀ ਪੋਜੀਸ਼ਨ ਹੈ ਉਹਦੇ ਅਕੋਰਡਿੰਗ ਹੀ ਸਾਡਾ ਜਿਹੜਾ ਹੈ ਵਾਇਰ ਫੀਡ ਸਿਸਟਮ ਉਹ ਕੰਮ ਕਰੇਗਾ, ਠੀਕ ਹੈ ਜੀ। ਉਸ ਤੋਂ ਅੱਗੇ ਹੈਗਾ ਜੀ ਜਿਹੜਾ ਸਾਡੇ ਕੋਲ ਡਰਾਈਵ ਵੀਲ ਹੈ, depend upon their location with the wire feed unit are either the push type or a pull type। ਦੋ ਤਰ੍ਹਾਂ ਦੇ ਹੁੰਦੇ ਨੇ, push type ਜਾਂ pull type। ਜਿਹੜਾ ਸਾਡੇ ਕੋਲ ਵੀਲ ਲੱਗਾ ਹੋਇਆ ਵਾਇਰ ਦਾ, ਜਿਹਦੇ ਵਿੱਚ ਕੀ ਆ ਪੁੱਲ ਟਾਈਪ ਡਰਾਈਵਰ ਦੇ ਵਿੱਚ ਜਿਹੜਾ ਕਿ ਉਹ ਕੀ ਹੁੰਦਾ ਸਿਸਟਮ ਕਿ ਉਹ ਬਿਲਕੁਲ ਕਲੋਜ਼ਲੀ ਹੁੰਦਾ ਹੈ ਗਨ ਦੇ ਜਿਹੜਾ ਡਿਫਰੈਂਸ ਹੈ ਗਨ ਦੇ ਵਿੱਚ ਤੇ ਮਿਗ ਜਿਹੜਾ ਸਾਡਾ ਵੀਲ ਹੈ ਉਹਦੇ ਵਿੱਚ ਬਹੁਤ ਥੋੜਾ ਘੱਟ ਡਿਸਟੈਂਸ ਹੁੰਦਾ। ਉਸ ਟਾਈਪ ਨੂੰ ਆਪਾਂ ਕਹਾਂਗੇ ਜੀ ਪੁੱਲ ਟਾਈਪ, ਠੀਕ ਹੈ ਜੀ। ਪੁੱਲ ਟਾਈਪ ਵੀਲ ਆਰ ਯੂਜ਼ਡ ਔਨ ਮੋਸਟ ਪੂਲਸ ਗਨ। ਨੈਕਸਟ ਵਨ ਇਜ਼ ਦਾ ਮਿਗ ਗਨ, ਜਿਹੜੀ ਆਪਾਂ ਨੇ ਗੱਲ ਕੀਤੀ ਕਿ ਜਦੋਂ ਆਪਣੇ ਕੋਲ ਵਾਇਰ ਫੀਡਰ ਦੇ ਥਰੂ ਜਿਹੜੀ ਹੈ ਵਾਇਰ ਫੀਡ ਕੀਤੀ ਗਈ ਆ ਉਹ ਅੱਗੇ ਜਿਹੜੀ ਆ ਉਹ ਮਿਗ ਗਨ ਦੇ ਵਿੱਚ ਜਾਏਗੀ। ਸੋ ਮਿਗ ਗਨ ਦੇ ਵਿੱਚ ਜਦੋਂ ਉਹ ਜਾਏਗੀ ਤਾਂ ਉਹਦੇ ਵਿੱਚ ਸਾਡਾ ਜਿਹੜਾ ਮੈਕੈਨਿਜ਼ਮ ਲੱਗਾ ਹੋਇਆ ਕਿ ਉਹਦੇ ਵਿੱਚ ਸਾਡੀ ਗੈਸ ਵੀ ਆ ਰਹੀ ਆ, ਉਸ ਤੋਂ ਅੱਗੇ ਸਾਡਾ ਕਰੰਟ ਜਿਹੜਾ ਕਿ ਉਹ ਵੀ ਆ ਰਿਹਾ, ਉਸ ਤੋਂ ਅੱਗੇ ਸਾਡਾ ਜਿਹੜਾ ਵਾ ਵਾਇਰ ਦਾ ਸਿਸਟਮ ਹੈ ਉਹ ਵੀ ਆ ਰਿਹਾ ਜੀ। The electrode holder is commonly refers to as the MIG gun। ਜਿਸ ਤਰੀਕੇ ਨਾਲ ਆਪਾਂ ਗੱਲ ਕੀਤੀ ਕਿ MIG ਵੈਲਡਿੰਗ ਦੇ ਵਿੱਚ ਆਪਾਂ ਨੇ ਇਲੈਕਟ੍ਰੋਡ ਯੂਜ਼ ਕੀਤਾ, ਠੀਕ ਹੈ ਜੀ। ਉਹਦੇ ਵਿੱਚ ਜਿਹੜਾ ਹੋਲਡਰ ਹੈ ਇਲੈਕਟ੍ਰੋਡ ਹੋਲਡਰ ਹੈ, ਠੀਕ ਹੈ, ਸਾਡਾ ਐਕਟ ਕਰ ਰਿਹਾ ਉਹਦੇ ਵਿੱਚ MIG ਦੇ ਵਿੱਚ MIG ਵਾਇਰ ਦੀ MIG gun has a trigger switch। ਇਹਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਇਸ ਚੀਜ਼ ਬਾਰੇ ਦੱਸਿਆ ਕਿ ਇਹਦੇ ਵਿੱਚ ਇੱਕ ਸਾਡੇ ਕੋਲ ਇੱਕ ਗਨ ਟਾਈਪ ਟ੍ਰਿਗਰ ਹੁੰਦਾ ਹੈ ਕਿ ਜਿਹਨੂੰ ਆਪਾਂ ਟ੍ਰਿਗਰ ਨੂੰ ਜਦੋਂ ਪੁਸ਼ ਕਰਦੇ ਆ ਤਾਂ ਉਸ ਦੀ ਵਾਇਰ ਸਾਡੀ ਉਹ ਬਾਹਰ ਆਉਂਦੀ ਹੈ ਥਰੂ ਦੀ ਵਾਇਰ ਫੀਡਰ ਸਿਸਟਮ। ਸੋ trigger switch for activating the welding operation on gas nozzle for directed the flow of shielded gas। ਜਿਹੜੀ ਸਾਡੀ CO2 ਕਾਰਬਨ ਡਾਈਆਕਸਾਈਡ ਗੈਸ ਹੈ ਉਹਦਾ ਫਲੋ ਵੀ ਨਾਲ ਜਿਹੜਾ ਸਾਡਾ ਨੋਜ਼ਲ ਥਰੂ ਆਏਗਾ ਜਦੋਂ ਕਿ ਸਾਡੀ ਜਿਹੜੀ ਹੈ ਉਹ ਸਪੀਡ ਜਿਹੜੀ ਹੈ, ਠੀਕ ਹੈ ਜੀ, ਉਹ ਜ਼ਿਆਦਾ ਹੋਏਗੀ ਜਾਂ ਘੱਟ ਹੋਏਗੀ ਜਦੋਂ ਉਸ ਵਰਕ ਪੀਸ ਦਾ ਤੇ ਜਿਹੜਾ ਸਾਡਾ ਨੋਜ਼ਲ ਜਿਹੜੀ ਗਨ ਹੈ ਉਹਦਾ ਸਰਫੇਸ ਆਪਸ ਦੇ ਵਿੱਚ ਕੰਟੈਕਟ ਜਿਹੜਾ ਉਹ ਟਿਪ ਜਿਹੜੀ ਕੰਟੈਕਟ ਦੇ ਵਿੱਚ ਆਏਗੀ। This one is the MIG welding।
ठीक है जी साडी बेसिकली ਜਿਹੜੀ ਇਹਦੀ ਨੋਜ਼ਲ ਦੀ ਗੱਲ ਕਰੀਏ ਦਾ ਨੋਜ਼ਲ ਮੇਡ of copper alloy ਜਿਹੜੀ ਸਾਡੀ ਮਿਗ ਵੈਲਡਿੰਗ ਦੀ ਜਿਹੜੀ ਨੋਜ਼ਲ ਹੈ ਜੇ ਆਪਾਂ ਦੂਸਰੇ ਹੋਰ ਪਾਕਿਆਂ ਦੀ ਦੇਖੀਏ ਤਾਂ ਟਿਗ ਦੀ ਵੇਖੀਏ ਟਿਗ ਦੀ ਸਿਰਾਮਿਕ ਮਟੀਰੀਅਲ ਦੀ ਬਣੀ ਹੁੰਦੀ ਹੈ ਸੋ ਮਿਗ ਦੀ ਗੱਲ ਕਰੀਏ ਤਾਂ ਮਿਗ ਦੀ ਸਾਡੀ ਜਿਹੜੀ ਹੈ ਉਹ ਕਾਪਰ ਅਲੋਏ ਦੀ ਹੈ ਜਿਹੜੀ ਕਿ ਸਾਡੀ ਜਦੋਂ ਆਪਾਂ ਵੈਲਡਿੰਗ ਕਰਦੇ ਹਾਂ ਜਦੋਂ ਕੰਟੈਕਟ ਜਿਹੜਾ ਟਿਪ ਕੰਟੈਕਟ ਜਿਹੜਾ ਵਰਕ ਪੀਸ ਦੇ ਨਾਲ ਹੁੰਦਾ ਸਰਕਟ ਕੰਪਲੀਟ ਹੁੰਦਾ ਆਰਕ ਜਨਰੇਟ ਹੁੰਦੀ ਹੈ ਤੇ ਉਸ ਟਾਈਮ ਤੇ ਜਿਹੜਾ ਟੈਂਪਰੇਚਰ ਆ ਉਹ ਕਾਫੀ ਜ਼ਿਆਦਾ ਹੁੰਦਾ ਸੋ ਉਸ ਟੈਂਪਰੇਚਰ ਨੂੰ ਕੰਟਰੋਲ ਕਰਨ ਵਾਸਤੇ ਜਾਂ ਸਾਡਾ ਜਿਹੜਾ ਨੋਜ਼ਲ ਆ ਸਿਸਟਮ ਉਹਨੂੰ ਜ਼ਿਆਦਾ ਹੀਟ ਨਾ ਹੋ ਮਿਲੇ ਜਾਂ ਜ਼ਿਆਦਾ ਉਹ ਜਿਹੜਾ ਵਾ ਉਹ ਮੈਲਟ ਨਾ ਕਰੇ ਉਸ ਦੇ ਲਈ ਆਪਾਂ ਇਸ ਜਿਹੜੀ ਨੋਜ਼ਲ ਆ ਇਹਨੂੰ ਕਾਪਰ ਅਲੋਏ ਦੀ ਜਿਹੜੀ ਉਹ ਡਿਜ਼ਾਈਨ ਕੀਤੀ ਗਈ ਹੈ ਸੋ ਕੰਟੈਕਟ ਟਿਪ ਸੋ ਆਪਾਂ ਮੀਨ ਆਪਣਾ ਉਹਨੇ ਗੱਲ ਕੀਤੀ ਕਿ ਕੰਟੈਕਟ ਟਿਪ ਸੋ ਕੰਟੈਕਟ ਟਿਪ ਹੁੰਦਾ ਕੀ ਹੈ ਕਿ ਜਦੋਂ ਜਿਹੜਾ ਕੰਟੈਕਟ ਟਿਪ ਜਿਹੜਾ ਆਪਣੀ ਜਿਹੜੀ ਵਾਇਰ ਇਲੈਕਟ੍ਰੋਡ ਆ ਉਹ ਥਰੂ ਨੋਜ਼ਲ ਜਦੋਂ ਵਰਕ ਪੀਸ ਨੂੰ ਟੱਚ ਕਰਦੀ ਆ ਉਸ ਪੁਆਇੰਟ ਤੇ ਜਿਹੜਾ ਟਿਪ ਜਿਹੜੀ ਸਾਡੀ ਹੈ ਉਹ ਟੱਚ ਕਰੇਗੀ ਉਸ ਪੁਆਇੰਟ ਨੂੰ ਆਪਾਂ ਕਹਿੰਦੇ ਆ ਕੰਟੈਕਟ ਟਿਪ ਜਿਹੜੀ ਸਾਡੀ ਇਲੈਕਟ੍ਰੋਡ ਵਾਇਰ ਦਾ ਪੁਆਇੰਟ ਪਲੱਸ ਸਾਡਾ ਵਰਕ ਪੀਸ ਦਾ ਜਾ ਕੇ ਉਹਦੇ ਨਾਲ ਟੱਚ ਕਰੇਗਾ ਠੀਕ ਹੈ ਜੀ ਉਸ ਟਾਈਮ ਤੇ ਯੂਜ਼ਲੀ ਟੱਚ ਦਾ ਟਿਪ ਐਸ ਫੈਡ ਥਰੂ ਦਾ ਮਿਗ ਗਨ ਜਦੋਂ ਮਿਗ ਗਨ ਦੇ ਥਰੂ ਉਹ ਪਾਸ ਕਰੇਗੀ ਤਾਂ ਉਸ ਪੁਆਇੰਟ ਨੂੰ ਉਹ ਜਾ ਕੇ ਟੱਚ ਕਰੇਗੀ ਠੀਕ ਹੈ during this contact the weld current is transmitted to the electrode ਠੀਕ ਹੈ ਜੀ ਜਦੋਂ ਉਸ ਵਰਕ ਪੀਸ ਦੇ ਨਾਲ ਉਹ ਜਦੋਂ ਉਹਦਾ ਕੰਟੈਕਟ ਹੋਏਗਾ ਵੈਲਡ ਦਾ ਉਸ ਤਰੀਕੇ ਦੇ ਨਾਲ ਜਿਹੜਾ ਉਹ ਜਨਰੇਟ ਕਰੇਗੀ ਟਰਾਂਸਮਿਟ ਕਰੇਗੀ ਟੂ ਦਾ ਇਲੈਕਟ੍ਰੋਡ ਨੂੰ ਠੀਕ ਹੈ ਜੀ ਤੇ ਉਸ ਜਗ੍ਹਾ ਤੇ ਆਰਕ ਜਿਹੜੀ ਆ ਉਹ ਜਨਰੇਟ ਹੋਏਗੀ ਸੋ ਨੈਕਸਟ ਵਨ ਇਜ਼ ਦਾ ਸ਼ੀਲਡਿੰਗ ਗੈਸ so shielding gas is also an important part to play important role in the MIG welding so shielding gas are necessary for gas metal arc welding so ਇਹਦੀ ਕਾਫੀ ਇੰਪੋਰਟੈਂਸ ਹੈ ਜਿਹੜੀ CO2 ਗੈਸ ਹੈ ਇਹਦੇ ਨਾਲ ਕੀ ਹੁੰਦਾ ਕਿ ਸਾਡਾ ਜਿਹੜਾ ਸਰਫੇਸ ਆ ਉਹ ਕਵਰ ਰਹਿੰਦਾ ਤੇ ਜਿਹੜੇ ਬਾਹਰਲੀਆਂ ਗੈਸਸ ਨੇ ਉਹ ਸਾਡੇ ਇਸ ਨੂੰ ਆਕਸੀਡਾਈਜ਼ ਹੋਣ ਤੋਂ ਬਚਾਉਂਦੀਆਂ ਨੇ so protect the welding area from atmospheric gases ਉਹੀ ਗੱਲ ਆ ਗਈ ਕਿ ਜਿਹੜੀਆਂ ਬਾਹਰਲੀਆਂ ਗੈਸਿਸ ਨੇ ਉਹ ਤੋਂ ਸਾਡਾ ਜਿਹੜੀ CO2 ਗੈਸ ਆ ਉਹ ਉਹਨਾਂ ਨੂੰ ਬਚਾਉਂਦੀ ਹੈ such as ਜਿਵੇਂ ਕਿ ਨਾਈਟ੍ਰੋਜਨ ਹੈ ਆਕਸੀਜਨ ਹੈ which cause fusion defects ਕਿ ਜੇਕਰ ਆਪਾਂ ਉਸ ਚੀਜ਼ ਨੂੰ ਨਹੀਂ ਕਰਾਂਗੇ ਤਾਂ ਸਾਡਾ ਜਿਵੇਂ ਆਰਕ ਵੈਲਡਿੰਗ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਸਾਡਾ ਫਲਕਸ ਜਿਹੜਾ ਉਹ ਜਦੋਂ ਵੈਲਡ ਕਰਦੇ ਆ ਤਾਂ ਉਹ ਉਹਨਾਂ ਵਧੀਆ ਤਰੀਕੇ ਦੇ ਨਾਲ ਉਸ ਜੁਆਇੰਟ ਨੂੰ ਕਵਰ ਨਹੀਂ ਕਰ ਪਾਉਂਦਾ ਜਿੰਨੀ ਕਿ ਸਾਡੀ ਜਿਹੜੀ ਹੈ ਉਹ ਗੈਸ ਕਵਰ ਕਰ ਰਹੀ ਹੈ ਸੋ ਡਿਫੈਕਟ ਫ੍ਰੀ ਜਿਹੜਾ ਸਾਡਾ ਜੁਆਇੰਟ ਹੈ ਉਹ ਸਾਨੂੰ ਮਿਲੇ ਇਸ ਲਈ ਆਪਾਂ ਸ਼ੀਲਡਡ ਗੈਸ ਦਾ ਜਿਹੜਾ ਉਹ ਯੂਜ਼ ਕਰਦੇ ਆ ਪੋਰਸਿਟੀ ਐਂਡ ਸਪੈਟਰਸ ਆਪਾਂ ਬੇਸਿਕਲੀ ਦੇਖਦੇ ਆ ਕਿ ਜਦੋਂ ਵੈਲਡਿੰਗ ਕਰਦੇ ਆ ਤਾਂ ਕਾਫੀ ਸਪੈਟਰਸ ਜਿਹੜੇ ਨੇ ਸਾਡੀ ਜੌਬ ਦੇ ਉੱਪਰ ਪੈ ਜਾਂਦੇ ਨੇ ਉਹ ਕਾਰਨ ਕੀ ਹੈ ਕਿ ਉਹ ਕਾਰਨ ਇਹ ਹੁੰਦਾ ਕਿ ਆਪਾਂ ਇੱਕ ਤਾਂ ਜਿਹੜੀ ਡਾਇਰੈਕਸ਼ਨ ਹੈ ਇਲੈਕਟ੍ਰੋਡ ਦੀ ਉਹ ਪ੍ਰੋਪਰ ਨਹੀਂ ਕਰ ਪਾਉਂਦੇ ਦੂਸਰਾ ਹੈ ਕਿ ਉਹ ਜਿਹੜਾ ਫਲੋ ਹੈ ਸਾਡਾ ਉਹ ਕੰਟਰੋਲ 'ਚ ਨਹੀਂ ਹੁੰਦਾ ਉਸ ਕਰਕੇ ਜਿਹੜਾ ਕਿ ਉਹ ਸਪੈਟਰ ਜਿਹੜੇ ਨੇ ਵੋਲਟੇਜ ਜ਼ਿਆਦਾ ਹੋਣ ਕਰਕੇ ਮੈਟਲ ਦੀ ਥਿਕਨੈਸ ਘੱਟ ਕਰਕੇ ਉਹ ਜਿਹੜਾ ਸਾਡਾ ਪੀਸ ਆ ਉਹ ਜਲਦੀ ਜ਼ਿਆਦਾ ਮੈਲਟ ਕਰਦਾ ਉਹਦੇ ਨਾਲ ਜਿਹੜੇ ਸਪੈਟਰਸ ਨੇ ਉਹ ਕਾਫੀ ਜਿਹੜੇ ਆ ਉਹ ਜੌਬ ਦੇ ਉੱਪਰ ਆ ਜਾਂਦੇ ਨੇ ਸੋ ਇਨ the metal fabrication industry argon is used to create an insert gas shielded gas during welding so ਪਹਿਲਾਂ ਇਹਦੇ ਵਿੱਚ ਆਪਾਂ argon gas ਵੀ use ਕਰਦੇ ਰਹੇ ਹਾਂ ਠੀਕ ਹੈ ਜੀ because ਕਿਉਂਕਿ argon is frequently blended with carbon dioxide CO2 hydrogen helium or oxygen to enhance the arc characteristics to facilitate metal transfer in GMAW ਜਿੱਦਾਂ ਸਪੋਜ਼ ਕਰੋ ਆਪਣੇ ਕੋਲ ਆ ਗਿਆ CO2 argon ਠੀਕ ਹੈ ਜੀ so argon has a low ionization potential and therefore creates a very stable arc argon ਜਿਸ ਤਰੀਕੇ ਨਾਲ ਆਪਾਂ ਗੱਲ ਟਿਕ ਦੇ ਵਿੱਚ ਆਪਾਂ ਬੇਸਿਕਲੀ argon ਨੂੰ ਹੀ ਯੂਜ਼ ਕਰਦੇ ਹਾਂ ਠੀਕ ਹੈ ਜੀ when used as a shielded gas the arc is quiet and smooth sounding most ਇੰਡਸਟਰੀ ਦੇ ਵਿੱਚ argon ਨੂੰ ਹੀ ਯੂਜ਼ ਕਰਦੇ ਨੇ ਉਹ ਐਕਟ ਐਜ਼ ਏ ਤੇ ਉਸ ਤੋਂ ਅੱਗੇ ਜੀ argon is a good shielding gas for welding sheet ਕਿਉਂਕਿ ਜਿਹੜੀ argon ਗੈਸ ਸਾਡੀ ਥੋੜੀ ਜੀ ਇਹ ਕਾਸਟਲੀ ਪੈਂਦੀ ਹੈ ਸਾਨੂੰ
ਇਸ ਲਈ ਆਪਾਂ CO2 ਗੈਸ ਨੂੰ ਜ਼ਿਆਦਾ ਪ੍ਰੈਫਰ ਕਰਦੇ ਆ। ਸੋ ਪਿਓਰ ਆਰਗਨ ਇਜ਼ ਆਲਸੋ ਯੂਜ਼ਡ ਫॉर ਵੈਲਡਿੰਗ ਐਲੂਮੀਨੀਅਮ, ਕਾਪਰ ਐਂਡ ਮੈਗਨੀਸ਼ੀਅਮ ਐਂਡ ਨਿਕਲ। ਠੀਕ ਹੈ ਜੀ। ਪਿਓਰ ਆਰਗਨ ਇਜ਼ ਨਾਟ ਰਿਕਮੈਂਡਡ ਫॉर ਯੂਜ਼ ਔਨ ਕਾਰਬਨ ਸਟੀਲਸ। ਸੋ ਇਸ ਲਈ ਆਪਣੀ ਜਦੋਂ ਆਪਾਂ ਨੇ ਐਲੂਮੀਨੀਅਮ ਜਾਂ ਕਾਪਰ, ਮੈਗਨੀਸ਼ੀਅਮ, ਨਿਕਲ ਵਗੈਰਾ ਯੂਜ਼ ਕਰਨੇ ਆ, ਉਸ ਜਗ੍ਹਾ ਤੇ ਆਪਾਂ ਪਿਓਰ ਆਰਗਨ ਯੂਜ਼ ਕਰ ਸਕਦੇ ਹਾਂ। ਬਟ ਜੇਕਰ ਆਪਾਂ ਕਾਰਬਨ ਸਟੀਲ ਦੀ ਯੂਜ਼ ਕਰਨਾ ਹੈ, ਜਿਸ ਤਰੀਕੇ ਨਾਲ MS ਕਰਨੀ ਹੈ, ਹਾਈ ਸਪੀਡ ਸਟੀਲ ਕਰਨੀ ਹੈ, ਉਸ ਜਗ੍ਹਾ ਤੇ ਆਪਾਂ ਨੂੰ ਇਹ ਰਿਕਮੈਂਡ ਨਹੀਂ ਕੀਤੀ ਜਾਂਦੀ। ਸੋ carbon dioxide CO2 gas often has a MIG welding because it give a good bead penetration। ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਜਿਹੜੀ MIG welding ਹੈ, ਇਹਦੇ ਨਾਲ ਸਾਨੂੰ ਜਿਹੜੀ ਕੁਆਲਿਟੀ ਹੈ ਜੁਆਇੰਟ ਦੀ ਉਹ ਕਾਫੀ ਅੱਛੀ ਮਿਲਦੀ ਹੈ। ਠੀਕ ਹੈ, ਕਿਉਂਕਿ ਇਹ ਪ੍ਰੋਪਰ ਸ਼ੀਲਡਿੰਗ ਪ੍ਰੋਵਾਈਡ ਕਰਦੀ ਹੈ ਗੈਸ, ਜਿਹਦਾ ਫਲੋ ਵੀ ਕਾਫੀ ਅੱਛਾ ਹੁੰਦਾ ਤਾਂ ਇਹਦੀ ਜਿਹੜੀ ਕਾਸਟ ਹੈ ਉਹ ਵੀ ਘੱਟ ਹੈ। ਠੀਕ ਹੈ, ਇਹਦੇ ਵਿੱਚ ਸਾਡੇ ਕੋਲ ਨਾ ਤਾਂ ਅੰਡਰਕਟਸ ਆਉਂਦੇ ਨੇ, ਠੀਕ ਹੈ, ਸਾਡਾ ਜੁਆਇੰਟ ਜਿਹੜਾ ਉਹ ਕਾਫੀ ਵਧੀਆ ਕੁਆਲਿਟੀ ਦੇ ਵਿੱਚ ਹੈ, ਤੇ ਇਹਦੀ ਕਾਸਟ ਵੀ ਜਿਹੜੀ ਆ ਉਹ ਆਰਗਨ ਤੇ ਹੀਲੀਅਮ ਦੇ ਨਾਲੋਂ ਘੱਟ ਹੁੰਦੀ ਹੈ। ਸੋ ਜਿਹੜੀ ਆਪਣੀ ਮੇਨ ਐਪਲੀਕੇਸ਼ਨ ਜਿਹੜੀ CO2 ਦੀ, ਇਹ ਬੇਸਿਕਲੀ ਸ਼ੀਲਡਿੰਗ ਪ੍ਰੋਵਾਈਡ ਕਰਨਾ ਹੈ ਵੈਲਡਿੰਗ ਨੂੰ, ਜਦੋਂ ਲੋ ਤੇ ਮੀਡੀਅਮ ਕਾਰਬਨ ਸਟੀਲ ਦੇ ਆਪਾਂ ਨੇ ਪੀਸਿਸ ਨੂੰ ਜੁਆਇੰਟ ਕਰਨਾ ਹੈ। So when the pure carbon dioxide shielding gas, the arc is unstable which cause a lot of spatter। ਜਿਸ ਤਰੀਕੇ ਨਾਲ ਆਪਾਂ ਨੇ ਗੱਲ ਕੀਤੀ ਕਿ ਆਪਾਂ ਨੂੰ ਜਿਹੜੀ ਸਾਡੀ ਆਰਕ ਹੈ ਜਦੋਂ ਅਨਸਟੇਬਲ ਹੋ ਗਈ ਤਾਂ ਉਸ ਜਗ੍ਹਾ ਤੇ ਜਿਹੜੇ ਸਪੈਟਰਸ ਨੇ ਸਾਡੇ ਉਹ ਕਾਫੀ ਜ਼ਿਆਦਾ ਵੱਧ ਜਾਣਗੇ, ਕਿਉਂਕਿ ਸ਼ੀਲਡਿੰਗ ਪ੍ਰੋਵਾਈਡ ਨਹੀਂ ਕਰ ਰਹੇ। ਸਾਡਾ ਜਿਹੜਾ ਪੂਲ ਆ ਉਹਦੇ ਸਪੈਟਰ ਜਿਹੜੇ ਆ ਉਹ ਕਾਫੀ ਜ਼ਿਆਦਾ ਜਨਰੇਟ ਜਿਹੜੇ ਉਹ ਕਰਨੇ ਨੇ। ਸੋ CO2 ਬਿਗ ਵੈਲਡਿੰਗ ਜਿਹੜੀ ਆਪਾਂ ਗੱਲ ਕੀਤੀ ਤਾਂ ਉਸ ਨੂੰ ਕੰਟਰੋਲ ਕਰਨ ਵਾਸਤੇ ਸਾਡੇ ਕੋਲ ਕੀ ਹੈ ਕਿ ਸਾਡੇ ਕੋਲ ਜਿਹੜਾ ਸਿਲੰਡਰ ਆ, ਠੀਕ ਹੈ ਜੀ, ਉਹਦੇ ਉੱਪਰ ਸਾਡੀਆਂ ਗੇਜਸ ਲੱਗੀਆਂ ਹੋਈਆਂ ਨੇ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਆਪਾਂ ਨੇ ਕਿੰਨਾ ਪ੍ਰੈਸ਼ਰ ਜਿਹੜਾ ਉਹ ਰੱਖਣਾ। ਠੀਕ ਹੈ ਜੀ। ਦੀ ਟੈਂਕ ਸਪਲਾਈ ਦਾ ਸ਼ੀਲਡਿੰਗ ਗੈਸ ਵਿਲ ਹੈਵ ਅ ਗੇਜ ਐਂਡ ਏ ਗੈਸ ਫਲੋ ਮੀਟਰਸ। ਜਿਵੇਂ ਆਪਾਂ ਨੂੰ ਪਤਾ ਹੈ ਕਿ 2 ਫਲੋ ਮੀਟਰਸ ਲੱਗੇ ਹੋਏ ਨੇ, ਠੀਕ ਹੈ ਜੀ, ਜਿਹੜਾ ਕਿ ਸਾਡਾ ਗੈਸ ਦਾ ਫਲੋ ਦੱਸਣਗੇ ਕਿ ਇਹ ਕਿੰਨਾ ਕਿਊਬਿਕ ਫੀਟ ਆਫ ਗੈਸ ਪਰ ਆਰ ਸਾਨੂੰ ਜਿਹੜਾ ਉਹ ਪ੍ਰੋਵਾਈਡ ਕਰ ਰਿਹਾ। ਠੀਕ ਹੈ ਜੀ। ਜਿਵੇਂ ਕਿ ਇਹਦੇ ਵਿੱਚ ਬੇਸਿਕਲੀ ਆਪਾਂ ਕਰਦੇ ਆ 15 ਤੋਂ 20 ਦੇ ਵਿੱਚ। ਠੀਕ ਹੈ ਜੀ। ਸੋ the volume of gas directed over the weld nozzle is regulated by the flow meter। तो flow meter ਤੋਂ ਆਪਾਂ ਨੂੰ ਪਤਾ ਚੱਲ ਜਾਏਗੀ ਕਿ ਸਾਡੀ ਜਿਹੜੀ ਗੈਸ ਦਾ ਫਲੋ ਆਪਾਂ ਨੇ ਕਿੰਨਾ ਰੱਖਣਾ। ਠੀਕ ਹੈ ਜੀ। ਇਹ ਸਾਡੇ ਕੋਲ ਆ ਗਿਆ ਜੀ ਇਲੈਕਟ੍ਰੋਡ ਵਾਇਰ, ਜਿਹੜੀ ਆਪਾਂ ਨੇ ਸਿਸਟਮ ਦੇ ਵਿੱਚ ਐਕਟ ਐਜ਼ ਅ ਇਲੈਕਟ੍ਰੋਡ ਯੂਜ਼ ਕਰਨੀ ਹੈ ਵਾਇਰ। ਇਹਦੇ ਵਿੱਚ ਕੀ ਹੈ ਕਿ this type of metal to be welded and choose a filler wire to match the base metal। one thing ਇਹਦੇ ਵਿੱਚ ਇਹ ਆਏਗੀ ਕਿ ਜਦੋਂ ਆਪਾਂ ਨੇ ਪੇਰੈਂਟ ਮਟੀਰੀਅਲ ਨੂੰ ਸਿਲੈਕਟ ਕੀਤਾ, ਸੋ ਪੇਰੈਂਟ ਮਟੀਰੀਅਲ ਇਜ਼ ਆਵਰ ਬੇਸ ਮਟੀਰੀਅਲ, ਜਿਹੜਾ ਕਿ ਆਪਾਂ ਨੇ AB ਪੀਸ ਲਿਆ ਉਹਨੂੰ ਸਿਲੈਕਟ ਕਰਨਾ ਹੈ, ਤਾਂ ਉਸ ਦੇ ਨਾਲ ਹੀ ਆਪਾਂ ਨੇ ਇਸ ਜਿਹੜਾ ਸਾਡਾ ਇਲੈਕਟ੍ਰੋਡ ਵਾਇਰ ਆ ਇਸ ਨੂੰ ਵੀ ਆਪਾਂ ਆਪਣੇ ਪੇਰੈਂਟ ਮਟੀਰੀਅਲ ਦੇ ਅਕੋਰਡਿੰਗ ਹੀ ਸਿਲੈਕਟ ਕਰਾਂਗੇ। ਸੋ ਉਹਦੇ ਨਾਲ ਸਿਲੈਕਟ ਕਰਨ ਦੇ ਨਾਲ ਕੀ ਹੋਏਗਾ ਕਿ ਸਾਡਾ ਇਹ ਨਹੀਂ ਹੋਣਾ ਚਾਹੀਦਾ ਕਿ ਆਪਾਂ ਪੀਸ ਜਿਹੜਾ ਉਹ ਮਾਈਲਡ ਸਟੀਲ ਦਾ ਲੈ ਰਹੇ ਹਾਂ, ਤਾਂ ਜਿਹੜਾ ਸਾਡਾ ਵਾਇਰ ਇਲੈਕਟ੍ਰੋਡ ਹੈ ਵਾਇਰ ਜਿਹੜੀ ਸਾਡੀ ਉਹ ਸਾਡੀ ਐਲੂਮੀਨੀਅਮ ਦੀ ਹੋਵੇ, ਜਾਂ ਉਹ ਸਾਡੀ ਜਿਹੜੀ ਹੈ ਅਲੋਏ ਦੀ ਹੋਵੇ, ਜਾਂ ਸਾਡੀ ਉਹ ਸਟੀਲ ਦੀ ਹੋਏ। ਸੋ ਜਿਹੜਾ ਪੇਰੈਂਟ ਮਟੀਰੀਅਲ ਹੋਏਗਾ, ਸੋ ਸਿਮਿਲਰਲੀ ਜਿਹੜਾ ਸਾਡਾ ਆਪਾਂ ਫਿਲਰ ਵਾਇਰ ਆ ਉਹਨੂੰ ਉਹਦੇ ਨਾਲ ਬੇਸ ਮਟੀਰੀਅਲ ਦੇ ਨਾਲ ਮੈਚ ਕਰਨਾ ਹੈ, ਤਾਂ ਜੋ ਉਹਨਾਂ ਦੀਆਂ ਪ੍ਰੋਪਰਟੀਜ਼ ਜਿਹੜੀਆਂ ਨੇ ਮਕੈਨੀਕਲ ਪ੍ਰੋਪਰਟੀਜ਼ ਨੇ ਉਹ ਜਿਹੜੀਆਂ ਜਿਵੇਂ ਡਕਟਿਲਿਟੀ, ਬ੍ਰਿਟਲਨੈਸ, ਹਾਰਡਨੈਸ, ਉਹ ਸਾਰੀਆਂ ਉਹਦੀਆਂ ਆਪਸ ਵਿੱਚ ਮੈਚ ਕਰਨ, ਤਾਂ ਜਿਹੜਾ ਜੁਆਇੰਟ ਹੈ ਉਹ ਜਿਹੜਾ ਕਾਫੀ ਅੱਛਾ ਜੁਆਇੰਟ ਜਿਹੜਾ ਸਾਡਾ ਉਹ ਲੱਗ ਸਕੇ। ਸੋ ਜਿਸ ਤਰੀਕੇ ਦੇ ਨਾਲ ਆਪਾਂ ਇਹਨੂੰ ਡਿਜ਼ਾਈਨ ਕਰਨਾ ਹੈ ਆਪਣੀ ਪੀਸ ਨੂੰ, ਉਸ ਤਰੀਕੇ ਦੇ ਨਾਲ ਕੰਸੀਡਰ ਜਿਹੜਾ ਦਾ ਜੁਆਇੰਟ ਡਿਜ਼ਾਈਨ, ਆਪਣੇ ਕੋਲ ਡਿਜ਼ਾਈਨ ਪਤਾ ਹੋਣਾ ਚਾਹੀਦਾ ਕਿ ਆਪਾਂ ਬਟ ਜੁਆਇੰਟ ਲਾਉਣਾ, ਟੀ ਲਾਉਣਾ, ਜਾਂ ਆਪਾਂ ਨੇ ਪਾਈਪ ਵੈਲਡ ਕਰਨੀ ਹੈ। So thicker metals are complicated joint designs usually required filler wires। ਕਈ ਇਸ ਤਰੀਕੇ ਦੀਆਂ ਸਾਡੇ ਕੋਲ ਹੁੰਦੀਆਂ ਨੇ ਕਿ ਜਿੱਥੇ ਆਪਾਂ ਨੂੰ ਕੋਈ ਵਾਇਰ ਦੇ ਨਾਲ ਜਿਹੜੀਆਂ ਉਹ ਛੋਟੀ ਲੈ ਕੇ ਫਿਲਰ ਵਾਇਰ ਜਿਹੜੀਆਂ ਨੇ ਉਹ ਛੋਟੀਆਂ ਫਿਲਰ ਵਾਇਰਸ ਦੇ ਨਾਲ ਆਪਾਂ ਨੂੰ ਹਾਈ ਜਿਹੜੀ ਡਕਟਿਲਿਟੀ ਪ੍ਰੋਵਾਈਡ ਕਰਨੀ ਪੈਂਦੀ ਹੈ, ਉਸ ਜਗ੍ਹਾ ਤੇ ਇਹਨਾਂ ਨੂੰ ਯੂਜ਼ ਕਰਨਾ ਪੈਂਦਾ। ਸੋ ਡਕਟਿਲਿਟੀ ਜਿਹੜੀ ਹੈ ਉਹ ਕੀ ਚੀਜ਼ ਹੈ, ਇੱਕ ਮੈਟਲ ਦੀ ਐਬਿਲਿਟੀ ਹੈ ਟੂ ਪਰਫਾਰਮ ਆ ਨਿਊ ਫਾਰਮ, ਜਿਵੇਂ ਕਿ ਆਪਾਂ ਨਵੀਆਂ ਉਹਨੂੰ ਕਰ ਸਕਦੇ ਹਾਂ, ਸ਼ੇਪ ਦੇ ਵਿੱਚ ਕਰ ਸਕਦੇ ਹਾਂ ਵਿਦਆਊਟ ਬ੍ਰੇਕਿੰਗ, ਉਹਨੂੰ ਬਿਨਾਂ ਤੋੜੇ।
ठीक है जी। जिवें वायर है साडे कोल, वायर नूं आपां easily twist कर दिए, easily आपां नूं रोलर दे विच कवर कर दिए। So this is the mechanical property of the metal. Examine the surface condition of the metal to be welded. ਜਿਵੇਂ ਕਿ ਆਪਾਂ ਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਆਪਾਂ ਨੇ ਸਰਫੇਸ, ਠੀਕ ਹੈ ਜੀ, ਵੈਲਡ ਕਰਨਾ ਉਹ ਕਿਸ ਤਰੀਕੇ ਦਾ। ਸੋ ਇਫ ਇਟ ਇਜ਼ ਰਸਟੀ ਔਰ ਸਕੇਲੀ, ਜੇਕਰ ਸਾਡਾ ਜਿਹੜਾ ਸਰਫੇਸ ਹੈ ਜਿਹੜਾ ਆਪਾਂ ਨੇ ਵੈਲਡ ਕਰਨਾ ਉਹ ਰਸਟੀ ਜਾਂ ਸਕੇਲੀ ਹੈ, ਠੀਕ ਹੈ, that will have an effect on the type of wire selected. ਉਹ ਸਾਡਾ ਜਿਹੜਾ ਵਾ ਸਿਸਟਮ ਹੈ, ਉਹ ਜਿਹੜੀ ਵਾਇਰ ਆਪਾਂ ਸਿਲੈਕਟ ਕੀਤੀ ਹੋਈ ਹੈ ਉਸ ਨੂੰ ਇਫੈਕਟ ਕਰ ਸਕਦੀ ਹੈ, ਕਿਉਂਕਿ ਜਿਹੜਾ ਸਾਡੇ ਕੋਲ ਜੇਕਰ ਪੇਂਟ ਲੱਗਾ ਹੋਇਆ ਜਾਂ ਸਾਡੇ ਕੋਲ ਉੱਪਰ ਡਸਟ ਲੱਗੀ ਹੋਈ ਹੈ ਜਾਂ ਉਹਦੇ ਵਿੱਚ ਕਾਫੀ ਰਸਟ ਜਿਹੜੀ ਹੈ ਉਹ ਜੰਮੀ ਹੋਈ ਹੈ, ਤਾਂ ਹੋ ਸਕਦਾ ਸਾਨੂੰ ਜਿਹੜਾ ਆਪਣਾ ਇਲੈਕਟ੍ਰੋਡ ਆ ਉਹਨੂੰ ਚੇਂਜ ਕਰਨਾ ਪਵੇ। ਸੋ ਕੰਸੀਡਰ ਦਾ ਸਰਵਿਸ ਰਿਕੁਆਇਰਮੈਂਟ ਦੈਟ ਦਾ ਵੈਲਿਡ ਪ੍ਰੋਡਕਟ ਦਾ ਵਿਲ ਮੀਟ। ਸੋ ਇਲੈਕਟ੍ਰੋਡ ਵਾਇਰ ਕਲਾਸੀਫਿਕੇਸ਼ਨਸ ਨੇ ਕਿ ਜਿਸ ਤਰੀਕੇ ਨਾਲ ਆਪਾਂ ਵਾਇਰ ਲੈਣੀ ਹੈ, ਸਾਡੀ ਵਾਇਰ ਆਪਾਂ ਆਪਣੀ 5 mm ਤੋਂ ਲੈ ਕੇ 4 mm 5 mm 7 mm, ਠੀਕ ਹੈ ਜੀ, ਡਿਪੈਂਡ ਅਪਨ ਦਾ ਟਾਈਪ, ਕਿਸ ਤਰੀਕੇ ਦੇ ਆਪਾਂ ਟਾਈਪ ਯੂਜ਼ ਕਰ ਰਹੇ ਹਾਂ, ਉਹਦਾ ਡਾਇਆਮੀਟਰ ਕਿੰਨਾ ਲੈਣਾ ਹੈ, ਕਿਸ ਮਟੀਰੀਅਲ ਨੂੰ ਜੁਆਇੰਟ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੰਡੀਸ਼ਨਸ ਨੇ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫਿਰ ਆਪਾਂ ਨੇ ਉਸ ਚੀਜ਼ ਦੀ ਸਿਲੈਕਸ਼ਨ ਕਰਨੀ ਆ। ਸੋ ਮਿਗ ਵੈਲਡਿੰਗ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਕਿ ਸਾਡੇ ਕੋਲ ਇੱਕ ਆਪਾਂ ਕਹਿੰਦੇ ਕਿ ਸਟੈਂਡਰਡ ਐਂਡ ਕੋਡਸ, ਸਾਡੇ ਕਾਫੀ ਇੱਕ ਸੁਸਾਇਟੀਜ਼ ਨੇ, ਜਿਵੇਂ ਕਿ ਇੰਡੀਅਨ ਸੁਸਾਇਟੀ ਹੈ, ਫਿਰ ਆਪਣੇ ਕੋਲ ਅਮਰੀਕਨ ਵੈਲਡਿੰਗ ਸੁਸਾਇਟੀ ਹੈ, AWS ਅਮਰੀਕਨ ਵੈਲਡਿੰਗ ਸੁਸਾਇਟੀ, ਠੀਕ ਹੈ ਜੀ, ਜਿਹੜੀਆਂ ਕਿ ਪ੍ਰੋਪਰ ਜਿਹੜੇ ਸਟੈਂਡਰਡ ਨੇ ਉਹਨਾਂ ਦੇ ਅਕੋਰਡਿੰਗ ਜਿਹੜਾ ਡਾਇਆਮੀਟਰ ਹੈ ਉਸ ਵਾਇਰ ਦਾ ਉਹ ਸੈੱਟ ਕੀਤਾ ਹੁੰਦਾ ਹੈ, ਉਹਦੇ ਅਕੋਰਡਿੰਗ ਆਪਾਂ ਉਹ ਚੀਜ਼ ਨੂੰ ਵੈਲਡ ਕਰ ਸਕਦੇ ਹਾਂ। ਸੋ ਐਗਜ਼ਾਮਪਲ ਇਜ਼ ER70S6, ਜਿਵੇਂ ਆਪਾਂ ਡੱਬੇ ਦੇ ਉੱਪਰ ਵੀ ਵੇਖ ਰਹੇ ਹਾਂ, ਇੱਕ ਬਾਕਸ ਦੇ ਉੱਪਰ ਵੀ ਚੈੱਕ ਕਰ ਰਹੇ ਹਾਂ ਕਿ ਉਹਦੇ ਉੱਪਰ ਉਹਦੀ ਸਪੈਸੀਫਿਕੇਸ਼ਨ ਲਿਖੀ ਹੋਈ ਹੈ। ਸੋ ਜੇਕਰ ਆਪਾਂ ਨੂੰ ਉਹ ਸਪੈਸੀਫਿਕੇਸ਼ਨ ਪਤਾ ਹੋਏਗੀ ਕਿ ਇਹਦੇ ਵਿੱਚ ਸਾਡਾ E ਕੀ ਹੈ, R ਕੀ ਹੈ, S ਕੀ ਹੈ, ਉਸ ਤਰੀਕੇ ਦੇ ਨਾਲ ਆਪਾਂ ਉਸ ਜਿਹੜਾ ਮਟੀਰੀਅਲ ਨੂੰ ਆਪਾਂ ਈਜ਼ੀਲੀ ਜਿਹੜਾ ਵਾ ਉਹ ਲੱਭ ਸਕਦੇ ਹਾਂ, ਤਾਂ ਈਜ਼ੀਲੀ ਆਪਾਂ ਉਸ ਚੀਜ਼ ਨੂੰ ਯੂਜ਼ ਕਰ ਸਕਦੇ ਹਾਂ। ਸੋ ਜਿਵੇਂ ਕਿ ਕਾਰਬਨ ਸਟੀਲ ਵਾਇਰ ਦਾ E is identified it is as a electrode. ਸੋ E ਜਿਹੜਾ ਸਾਡੇ ਕੋਲ ਇੱਕ ਅਲਫਾਬੈਟ ਜਿਹੜਾ ਉਹ ਸਟੈਂਡ ਕਰ ਰਿਹਾ, ਡੋਨੇਟ ਕਰ ਰਿਹਾ ਕਿ ਇਹ ਜਿਹੜਾ ਇੱਕ ਇਲੈਕਟ੍ਰੋਡ ਹੈ, ਤੇ R is the rod. ਰॉड ਮੀਨਸ ਕਿ ਇਹ ਇੱਕ ਵਾਇਰ ਆ, ਇਹ ਇੱਕ ਰਾਉਂਡ ਸ਼ੇਪ ਦੇ ਵਿੱਚ ਸਾਡੀ ਜਿਹੜੀ ਹੈ ਉਹ ਵਾਇਰ ਜਿਹੜੀ ਹੈ ਉਹ ਅਵੇਲੇਬਲ ਹੈ। ਸੋ ਜਿਵੇਂ ਕਿ ਬੇਸਿਕਲੀ ਆਪਣੀ ਮਿਗ ਵੈਲਡਿੰਗ ਦੀਆਂ ਸਾਡੀਆਂ ਕਿਹੜੀਆਂ ਟੈਕਨੀਕਸ ਨੇ ਜਿਹਦੇ ਨਾਲ ਆਪਾਂ ਈਜ਼ਲੀ ਤੇ ਅੱਛੀ ਕੁਆਲਿਟੀ ਦਾ ਜਿਹੜਾ ਜੁਆਇੰਟ ਹੈ ਉਹ ਆਪਾਂ ਇਸ ਬਿਲਟ ਅਪ ਜਿਹੜਾ ਉਹ ਕਰ ਸਕਦੇ ਹਾਂ। ਸੋ the basic techniques for GMAW is very simple. Since the electrode is fed automatically through the torch head or tip, ਜਿਵੇਂ ਕਿ ਇਹਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਆਪਾਂ ਨੂੰ ਬਾਰ-ਬਾਰ ਇਲੈਕਟ੍ਰੋਡ ਜਿਹੜਾ ਵਾ ਉਹ ਨਹੀਂ ਚੇਂਜ ਕਰਨਾ ਪਏਗਾ, ਆਪਾਂ ਨੂੰ ਇੱਕ ਵਾਰ ਹੀ ਜਿਹੜਾ ਮਿਗ ਦਾ ਰੋਲ ਹੈ ਉਹ ਜਿਹੜਾ ਸਾਡਾ ਵੀਲ ਹੈ ਉਹਦੇ ਉੱਪਰ ਹੈਂਗ ਕਰਤਾ ਜਾਵੇਗਾ, ਤਾਂ ਉਸ ਤੋਂ ਬਾਅਦ ਜਿਹੜੀ ਸਾਡੀ ਵਾਇਰ ਆ ਉਹ ਥਰੂ ਵਾਇਰ ਫੀਡਰ ਸਿਸਟਮ ਸਾਡਾ ਉਹ ਟ੍ਰਿਗਰ ਦੇ ਵਿੱਚ ਆ ਜਾਏਗੀ। ਟ੍ਰਿਗਰ ਨੂੰ ਆਪਾਂ ਜਦੋਂ ਦਬਾਵਾਂਗੇ ਤਾਂ ਸਾਡੀ ਜਿਹੜੀ ਵਾਇਰ ਆ ਉਹ ਆਟੋਮੈਟਿਕਲੀ ਬਾਹਰ ਜਿਹੜੀ ਉਹ ਫੀਡ ਹੁੰਦੀ ਜਾਏਗੀ। ਸੋ ਦਿਸ ਵਨ ਇਜ਼ ਅ ਵੈਰੀ ਸਿੰਪਲ ਪ੍ਰੋਸੈਸ ਇਨ the field of welding because it requires less efforts to weld a base metal. So shielding metal arc welding, the operator must frequently chip off slag and change welding electrodes. ਸੋ ਜਿਵੇਂ ਆਪਾਂ ਨੇ ਗੱਲ ਕੀਤੀ ਕਿ ਇਲੈਕਟ੍ਰੋਡ ਆਰਕ ਵੈਲਡਿੰਗ ਦੇ ਵਿੱਚ ਸਾਨੂੰ ਚਿਪ ਜਿਹੜੀ ਫਾਰਮੇਸ਼ਨ ਦੇ ਨਾਲ ਚਿਪਿੰਗ ਹੈਮਰ ਦੇ ਨਾਲ ਜਿਹੜੀ ਸਲੈਗ ਆ ਉਹਨੂੰ ਰਿਮੂਵ ਕਰਨਾ ਪੈਂਦਾ, ਫਿਰ ਉਸ ਤੋਂ ਬਾਅਦ ਜੁਆਇੰਟ ਦੀ ਕੁਆਲਿਟੀ ਚੈੱਕ ਕਰਨੀ ਪੈਂਦੀ ਹੈ, ਬਾਰ-ਬਾਰ ਇਲੈਕਟ੍ਰੋਡ ਨੂੰ ਚੇਂਜ ਕਰਨਾ ਪੈਂਦਾ। ਸੋ ਥੀਸ ਲਿਮਿਟੇਸ਼ਨਸ ਨੂੰ ਰਿਮੂਵ ਕਰਕੇ ਆਪਾਂ ਨੇ ਜਿਹੜਾ ਉਹ ਮਿਗ ਵੈਲਡਿੰਗ ਟੈਕਨੀਕਸ ਨੂੰ ਯੂਜ਼ ਕੀਤਾ, ਜਿਹੜੀ ਕਿ ਪ੍ਰੈਜ਼ੈਂਟ ਟਾਈਮ ਜਿਹੜੀ ਆ ਉਹ ਕਾਫੀ ਪਪੂਲਰ ਹੋ ਚੁੱਕੀ ਆ, ਤਾਂ ਇਹਦੇ ਵਿੱਚ ਕਾਫੀ ਰਿਕੁਆਇਰਮੈਂਟਸ ਵੀ ਨੇ। ਸੋ ਮੋਸਟਲੀ ਇੰਡਸਟਰੀ ਦੇ ਵਿੱਚ ਜਾਂ ਆਟੋਮੋਬਾਈਲ ਸੈਕਟਰ ਦੇ ਵਿੱਚ ਸਾਡੀ ਮਿਗ ਵੈਲਡਿੰਗ ਦੇ ਕਾਫੀ ਅੱਛੇ ਵਰਕਰ ਜਿਹੜੇ ਉਹ ਕੰਮ ਕਰ ਰਹੇ ਨੇ। ਸੋ ਇਹਦੀ ਡੇ ਬਾਈ ਡੇ ਜਿਹੜੀਆਂ ਨਵੀਂ ਤੋਂ ਨਵੀਂ ਇਨਵੈਂਸ਼ਨ ਹੁੰਦੀ ਜਾ ਰਹੀ ਹੈ। ਸੋ ਜਿਹੜਾ ਪ੍ਰੋਸੈਸ ਆ ਸਾਡਾ ਕਾਫੀ ਜਿਹੜਾ ਉਹ ਸੁਖਾਵਾਂ ਹੋ ਰਿਹਾ। So GMAW require on the operation guide the welding gun with proper position and orientation along with the AW welding.
ਸੋ ਇਹਦੇ ਵਿੱਚ ਕੀ ਹੈ ਕਿ ਆਪਾਂ ਪ੍ਰੋਪਰ ਜਿਹੜੀ ਆ ਉਹ ਗਾਈਡੈਂਸ ਦੇ ਅਕੋਰਡਿੰਗ ਸਾਨੂੰ ਪਤਾ ਕਿ ਆਪਾਂ ਜੁਆਇੰਟ ਜਿੱਥੇ ਲਗਾਉਣਾ ਉੱਥੇ ਉਹਨੇ ਡਿਗਰੀ 20 ਡਿਗਰੀ ਜਾਂ 30 ਡਿਗਰੀ ਜਿਹੜੇ ਨੋਜ਼ਲ ਆ ਉਹਨੂੰ ਵਰਕਪੀਸ ਦੇ ਨਾਲ ਟੱਚ ਕਰਦੇ ਆ ਤਾਂ ਜੇ ਐਰਕ ਜਿਹੜੀ ਜਨਰੇਟ ਹੋ ਜਾਂਦੀ ਹੈ ਸਾਡਾ ਜਿਹੜਾ ਉਹ joint ਹੈ ਉਹ ਲੱਗ ਜਾਂਦਾ ਨਾ keeping a contact tip to work distance is important because a long stick out distance can cause the electrode to overhead and also wastes gas sheet ਸੋ ਜਿਹੜਾ ਕੰਟੈਕਟ ਹੈ ਇਸ ਨੂੰ ਸਾਨੂੰ ਬੜੇ ਹੀ ਤਰੀਕੇ ਦੇ ਨਾਲ ਲਗਾਉਣਾ ਪੈਣਾ ਹੈ ਕਿਉਂਕਿ ਜਦੋਂ ਸਾਡੀ ਗੈਸ ਦਾ ਫਲੋ ਹੈ ਉਹ ਕਾਫੀ ਜ਼ਿਆਦਾ ਜਿਹੜਾ ਵਾ ਉਹ ਵੇਸਟ ਨਾ ਹੋ ਸਕੇ ਸੋ the orientation of the gun is also important. It should be held so the bisect angle between the workpiece that is 45 degree to the fillet weld and 90 degree to the flat surface. So ਜੇ flat surface ਆਪਾਂ ਕਰਨਾ ਤਾਂ ਉਸ ਜਗ੍ਹਾ ਤੇ ਦੀ position 90 degree ਹੋਣੀ ਚਾਹੀਦੀ ਹੈ ਜੇਕਰ fillet ਕਰਨਾ ਤਾਂ ਉਸ ਜਗ੍ਹਾ ਤੇ ਜਿਹੜਾ ਸਾਡਾ wire fit system ਹੈ ਜਿਹੜੀ ਤੁਹਾਡੀ trigger ਹੈ ਉਹਦੀ ਜਿਹੜੀ direction ਹੈ 45 degree ਦੇ ਉੱਪਰ ਹੋਣੀ ਚਾਹੀਦੀ ਹੈ So the travel angle and lead angle is the angle of the torch with respect to direction of travel and is should generally remain approximately vertical. So positions ਜਿਹੜੀਆਂ ਆਪਣੇ ਕੋਲ ਕਾਫੀ ਨੇ ਜਿੱਦਾਂ ਆਪਾਂ position ਤੇ ਕਰਦੇ ਆ process parameters ਨੇ next one ਸਾਡੇ ਕਿ process parameter ਦੇ ਵਿੱਚ ਸਾਡੀ ਜਿਹੜੀ ਆਪਾਂ ਨੇ ਗੱਲ ਕੀਤੀ ਕਿ ਇਹਦੇ ਵਿੱਚ ਸਾਡਾ current welding current depend ਕਰਦਾ ਹੈ welding voltage weld travel speed wire electrode size type of shielding gas electrode extension angle weld joint position these are the process parameter which influence the welding ਜੇਕਰ ਆਪਣੇ ਕੋਲ ਇਹ process parameters ਨੇ ਇਹ ਸਹੀ ਹੋਣਗੇ ਤਾਂ ਸਾਡਾ joint ਜਿਹੜਾ ਹੈ ਉਸ ਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਸਾਡਾ joint ਜਿਹੜਾ ਉਹ quality wise ਵੀ ਤੇ defect free ਹੋਏਗਾ ਜੇਕਰ ਇਹਦੇ ਵਿੱਚੋਂ ਇੱਕ ਵੀ ਪੈਰਾਮੀਟਰ ਜਿਹੜਾ ਸਾਡਾ ਜਦੋਂ ਆਪਾਂ ਕੰਮ ਕਰਦੇ ਆ ਤਾਂ ਇੱਕ ਵੀ ਪੈਰਾਮੀਟਰ ਜਿਹੜਾ ਸਾਡਾ ਉਹ ਥੋੜਾ ਬਹੁਤ ਵੀ ਇਧਰ ਉਧਰ ਹੋ ਜਾਂਦਾ ਤਾਂ ਉਹਦੇ ਨਾਲ ਸਾਡਾ ਜਿਹੜਾ ਉਹ ਵੈਲਡਿੰਗ ਦਾ ਇਫੈਕਟ ਜਿਹੜਾ ਉਹ ਹੋ ਸਕਦਾ ਸੋ ਮਿਨੀਮਮ ਕਰੰਟ ਫॉर ਸਪਰੇ ਆਰਕ ਵੈਲਡਿੰਗ ਇਹਦੇ ਵਿੱਚ ਇਹ ਸਾਡੇ ਕੋਲ ਇੱਕ ਚਾਰਟ ਹੈ ਜੀ ਕਿੰਨਾ ਆਪਾਂ ਉਹਦੇ ਵਿੱਚ ਉਹਦਾ ਵਿਆਸ ਜਿਹੜਾ ਲੈਣਾ ਕਿੰਨਾ ਉਹਦਾ ਫਲੋ ਹੋਣਾ ਚਾਹੀਦਾ ਤੇ ਮਿਨੀਮਮ ਜਿਹੜਾ ਸਪਰੇ ਆਰਕ ਕਰੰਟ ਹੈ ਉਹ ਕਿੰਨਾ ਹੋਣਾ ਚਾਹੀਦਾ ਸੋ ਟਰੈਵਲ ਐਂਗਲ So one is the most important concept of this MIG welding is the travel angle. So the angle at which the MIG gun leads toward direction of movement. ਜਿਹਦੇ ਵਿੱਚ ਆਪਾਂ ਨੇ ਕੀ ਹੈ ਜਦੋਂ ਆਪਾਂ ਨੇ travel ਕਰਨਾ move ਕਰਨਾ ਉਸ time ਤੇ ਜਿਹੜਾ ਸਾਡੇ ਕੋਲ travel angle ਹੈ ਉਹ 10 ਤੋਂ 20 ਡਿਗਰੀ ਜਿਹੜਾ mostly welding ਦੇ ਵਿੱਚ ਹੋਣਾ ਚਾਹੀਦਾ So travel angle is mostly referred to drag angle. Drag angle may be ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ drag angle is the point meets the surface to cut if it is less than 90 degree. So ਜਦੋਂ ਆਪਣੇ ਕੋਲ drag angle ਜਿਹੜਾ 90 degree ਤੋਂ ਘੱਟ ਹੋਵੇ ਯਾਨੀ ਕਿ negative angle ਹੋਵੇ ਤਾਂ ਉਸ point ਨੂੰ ਆਪਾਂ ਕਹਾਂਗੇ drag angle. ਜੇ let us suppose the side view is the angle the direction of travel angle and the angle between the trigger gun and perpendicular to the 90 degree. So work angle is basically flat position surface ਦੇ ਲਈ ਸਾਡਾ ਜਿਹੜਾ ਉਹ 15 ਤੋਂ 25 ਡਿਗਰੀ ਜਿਹੜਾ ਉਹ ਹੋਣਾ ਚਾਹੀਦਾ So these are the angles 15 degree. If it is in the vertical position then it is at 90 degree. So the MIG gun may be held 3 different ways. ਆਪਾਂ ਤਿੰਨ ਤਰੀਕੇ ਦੇ ਨਾਲ ਆਪਾਂ MIG gun ਨੂੰ ਜਿਹੜਾ ਹੈਂਡਲ ਕਰ ਸਕਦੇ ਹਾਂ one is perpendicular to the base metal. So ਦੇਖ ਰਹੇ ਹਾਂ ਕਿ ਜਿੱਦਾਂ ਆਪਾਂ base metal ਨੂੰ ਵੈਲਡ ਕਰਨਾ ਹੈ ਉਹਦੇ perpendicular ਹੀ ਕਰ ਸਕਦੇ ਜਿਵੇਂ ਆਪਾਂ ਚੈੱਕ ਕੀਤਾ this one is the 90 degree angle perpendicular to the workpiece. So similar in this case our MIG welding gun is perpendicular to the workpiece. This one is at an angle of 30 to 45 degree narrow learning known as backlad or pull position forehead with bead with low penetration so
next is the MIG welding advantages. So what are the basic advantages of MIG welding? So ਜਿਵੇਂ ਕਿ ਆਪਾਂ ਨੇ ਗੱਲ ਕੀਤੀ ਕਿ ਜਿਹੜੇ ਸਾਡੇ ਕੋਲ ਪ੍ਰੋਸੈਸ ਨੇ, ਜੇਕਰ ਆਪਾਂ ਕੋਈ ਵੀ ਕੰਮ ਕਰਦੇ ਆ ਤਾਂ ਉਹਦੇ ਸਾਨੂੰ ਜੇਕਰ ਫਾਇਦੇ ਨੇ, ਐਡਵਾਂਟੇजेस ਨੇ, ਤਾਂ ਸਾਨੂੰ ਕੁਝ ਡਿਸਐਡਵਾਂਟੇजेस ਵੀ ਹੋਣਗੀਆਂ। so first is the advantages of MIG welding is referred to a fast process. MIG welding is a fast process ਜਿਹੜਾ ਕਿ ਸਾਡਾ ਆਰਕ ਨਾਲੋਂ ਜਾਂ ਦੂਸਰੀ ਵੈਲਡਿੰਗਸ ਨਾਲੋਂ ਕਾਫੀ ਜਿਹੜਾ ਕਿ ਫਾਸਟ ਪ੍ਰੋਸੈਸ ਹੈ। ਸੈਕਿੰਡ ਵਨ ਇਜ਼ ਇਹਦੇ ਵਿੱਚ ਸਾਨੂੰ ਬੇਸਿਕਲੀ ਜਿਹੜਾ ਕਿ ਬਾਰ-ਬਾਰ ਇਲੈਕਟ੍ਰੋਡ ਚੇਂਜ ਕਰਨ ਦਾ ਜਿਹੜਾ ਸਿਸਟਮ ਹੈ ਉਹ ਖਤਮ ਹੋ ਜਾਂਦਾ, ਆਪਾਂ ਨੂੰ ਬਾਰ-ਬਾਰ ਜਿਹੜਾ ਇਲੈਕਟ੍ਰੋਡ ਹੈ ਉਹਨੂੰ ਚੇਂਜ ਨਹੀਂ ਕਰਨਾ ਪੈਂਦਾ। ਸੋ ਜਦੋਂ ਆਪਾਂ ਜੁਆਇੰਟ ਨੂੰ ਕਲੀਨ ਕਰਨ ਵਾਸਤੇ ਜਿਹੜਾ ਵੈਲਡ ਕਲੀਨਿੰਗ ਐਂਡ ਪ੍ਰੈਪਰੇਸ਼ਨ ਟਾਈਮ ਇਜ਼ ਲੈਸ, ਠੀਕ ਹੈ ਜੀ। ਸੋ ਸਿੰਸ ਦਾ ਗੈਸਿਸ ਸ਼ੀਲਡ ਪ੍ਰੋਟੈਕਟ ਦਾ ਮੋਲਟਨ ਮੈਟਲ, ਜਿਹੜੀਆਂ ਸਾਡੀ ਕੋਲ CO2 ਗੈਸ ਨੇ ਉਹ ਸਾਡੀ ਸ਼ੀਲਡ ਪ੍ਰੋਵਾਈਡ ਕਰਦੀਆਂ ਨੇ, ਜਿਹਦੇ ਨਾਲ ਸਾਡਾ ਜਿਹੜਾ ਵਾ ਉਹ ਫਲਕਸ ਜਾਂ ਸਲੈਗ ਜਿਹੜੀ ਆ ਜਾਂ ਸਪੈਟਰਸ ਆ ਉਹ ਘਟ ਜਾਂਦੇ ਨੇ ਤੇ ਉਹਨੂੰ ਆਪਾਂ ਨੂੰ ਰਿਮੂਵ ਨਹੀਂ ਕਰਨਾ ਪੈਂਦਾ। ਸੋ ਲਿਟਲ ਟਾਈਮ is required to teach individually how to MIG weld. ਸੋ ਕਾਫੀ ਘੱਟ ਸਮੇਂ ਦੇ ਵਿੱਚ ਆਪਾਂ ਈਜ਼ੀਲੀ ਬਿਗ ਵੈਲਡਿੰਗ ਦੇ ਨਾਲ ਜਾਣੂ ਹੋ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਆਪਾਂ MIG welding ਥੋੜੇ ਸਮੇਂ ਦੇ ਵਿੱਚ ਕਰਨਾ ਹੈ। Depend upon the fast travel speed at MIG welding can be done. So little time ਸਾਡੇ ਕੋਲ ਵੀ ਬਚੇਗਾ ਜਦੋਂ ਸਾਡਾ ਪ੍ਰੋਸੈਸ ਜਿਹੜਾ ਸਾਡਾ ਪ੍ਰੋਸੈਸ 10 ਮਿੰਟ ਚ ਹੋ ਰਿਹਾ, ਜੋ ਸਾਡਾ ਉਹ ਕੰਮ 2 ਮਿੰਟ ਚ ਹੋ ਰਿਹਾ, ਉਹਦੇ ਨਾਲ ਸਾਡਾ ਇੱਕ ਤਾਂ ਟਾਈਮ ਸੇਵ ਵੀ ਹੋਏਗਾ, ਉਹਦੇ ਨਾਲ ਦੂਸਰਾ ਸਾਡਾ ਜਿਹੜਾ ਆਪਣਾ ਪ੍ਰੋਡਕਸ਼ਨ ਦੀ ਜਿਹੜੀ ਆ ਉਹ ਵੀ ਜ਼ਿਆਦਾ ਹੋਏਗੀ, ਸਾਡੀ ਕਾਸਟ ਜਿਹੜੀ ਆ ਉਹ ਵੀ ਘਟੇਗੀ। ਸੋ ਵਿਜ਼ਿਬਿਲਿਟੀ ਜਿਹੜੀ ਹੈ ਜੁਆਇੰਟ ਦੀ ਉਹ ਕਾਫੀ ਗੁੱਡ ਹੈ। ਜਿੱਦਾਂ ਆਪਾਂ ਜੁਆਇੰਟਸ ਨੂੰ ਕਾਫੀ ਪਿੱਛੇ ਚੈੱਕ ਕੀਤਾ ਕਿ ਜਿਹੜਾ ਜੁਆਇੰਟ ਹੈ ਸਾਡਾ ਉਹ ਕਾਫੀ ਅੱਛਾ ਹੈ। ਸੋ ਲੈਸ ਸਮੋਕ ਐਂਡ ਫਿਊਮਸ, ਜਿਹੜੀ ਇਹਦੇ ਵਿੱਚ ਜਿਹੜੀ ਸਮੋਕ ਵਗੈਰਾ ਵਾ ਉਹ ਵੀ ਕਾਫੀ ਘੱਟ ਹੈ ਜੀ, ਠੀਕ ਹੈ ਜੀ। ਜਿਹੜੀ ਥਿਕਨੈਸ ਹੈ, ਸੋ ਬੋਥ ਥਿਕ ਐਂਡ ਥਿਨ ਮੈਟਲਸ ਜਿਹੜੀਆਂ ਦੋਨੇ ਹੀ ਆਪਾਂ ਬਹੁਤ ਵਧੀਆ ਤਰੀਕੇ ਦੇ ਨਾਲ ਇਹਦੇ ਵਿੱਚ ਜਿਹੜੀਆਂ ਉਹ ਈਜ਼ੀਲੀ ਕਰ ਸਕਦੇ ਆ। ਜੁਆਇੰਟ ਨੂੰ ਪ੍ਰਿਪੇਅਰ ਕਰਨ ਵਾਸਤੇ ਜਿਹੜਾ ਸਾਡਾ ਟਾਈਮ ਹੈ ਉਹ ਕਾਫੀ ਘੱਟ ਲੱਗਦਾ ਹੈ, ਜਿਹਦੇ ਨਾਲ ਕਿ ਜਿਹੜਾ ਸਾਡਾ ਜੁਆਇੰਟ ਆ ਉਹਨੂੰ ਆਪਾਂ ਫੈਰਸ ਤੇ ਨਾਨ ਫੈਰਸ ਮੈਟਲ ਦੋਨਾਂ ਦੇ ਨਾਲ ਹੀ ਜਿਹੜਾ ਵਾ ਉਹ ਬਿਗ ਵੈਲਡਿੰਗ ਦੇ ਨਾਲ ਆਪਾਂ ਉਹਨਾਂ ਨੂੰ ਕਰ ਸਕਦੇ ਆ। ਸੋ ਜਿਹੜੀ ਜਿਹੜਾ ਇਲੈਕਟ੍ਰੋਡ ਵਾਇਰ ਹੈ ਸਾਡਾ ਇਹਦੇ ਵਿੱਚ ਬੇਸਿਕਲੀ MIG ਦੇ use spool guns that made up of aluminium, stainless steel, high carbon steel and alloy steel fabrication. So next one is the limitations. जो these are the limitations ਜਿਹੜੇ ਆਪਾਂ ਨੇ ਇਸ ਦੇ disadvantage ਨੇ ਜਾਂ ਸਾਡੇ ਕੋਲ। one is the sensitivity. ਇਹਦੇ ਵਿੱਚ ਕੀ ਹੈ ਜਿਹੜਾ ਸਾਡਾ ਹੈਂਡਲ ਕਰਨ ਦਾ ਤਰੀਕਾ ਹੈ ਇਸ ਪ੍ਰੋਸੈਸ ਨੂੰ, moderate level of surface containment such as rust, metal, scale, dirt, oil and paint, all these have, ਜੇਕਰ ਸਾਡੇ ਕੋਲ ਥੋੜਾ ਜਿਹਾ ਵੀ ਕੋਈ ਡਰਟੀ ਸਰਫੇਸ ਹੈ ਜਾਂ ਕੋਈ ਉਹਦੇ ਸਕੇਲਸ ਨੇ ਜਾਂ ਪੇਂਟ ਹੈ ਜਾਂ ਆਇਲ ਲੱਗਾ, ਠੀਕ ਹੈ ਜੀ, ਉਸ ਜਗ੍ਹਾ ਤੇ ਇਹ ਕੀ ਹੈ ਸਾਡੇ ਕੋਲ ਜਿਹੜੀ ਪੋਰਸਿਟੀ ਪੋਰਸ ਵਗੈਰਾ ਜਿਹੜੇ ਉਹ ਸਾਡੇ ਜਨਰੇਟ ਹੋ ਜਾਣਗੇ, ਜਿਹੜੀ ਕ੍ਰੈਕ ਫਾਰਮੇਸ਼ਨ ਹੈ ਉਹ ਵੱਧ ਜਾਏਗੀ, ਪੋਰਟੇਬਿਲਿਟੀ ਜਿਹੜੀ ਹੈ ਉਹ ਇਹਦੇ ਵਿੱਚ ਕਾਫੀ ਘੱਟ ਹੈ, ਸੈਂਸਿਟਿਵ ਟੂ ਵਿੰਡ, ਠੀਕ ਹੈ ਜੀ। ਜਦੋਂ ਆਪਣੇ ਕੋਲ ਬਾਹਰ ਆਪਾਂ ਇਸ ਨੂੰ ਬਾਹਰ ਦੇ ਆਊਟਸਾਈਡ ਨਹੀਂ ਕਰ ਸਕਦੇ ਕਿਉਂਕਿ ਜਦੋਂ ਹਵਾ ਚੱਲਦੀ ਹੋਏ ਜਿਹੜਾ ਸਾਡਾ ਸ਼ੀਲਡਿੰਗ ਗੈਸ ਹੈ ਉਹਦਾ ਜਿਹੜਾ ਵਾ ਉਹ ਇਫੈਕਟ ਜਿਹੜਾ ਉਹ ਖਤਮ ਹੋ ਜਾਏਗਾ। ਲੈਕ ਆਫ ਫਿਊਜ਼ਨ, ਠੀਕ ਹੈ ਜੀ, due to the ability of weld at low current, this process has a potential to lack of fusion when running in a short circuit mode. तो ਜਦੋਂ ਆਪਾਂ ਇਹਨੂੰ ਇੱਕ ਸ਼ਾਰਟ ਸਰਕਟ ਮੋਡ ਦੇ ਵਿੱਚ ਵੈਲਡ ਕਰਾਂਗੇ ਕਰੰਟ ਦੇ ਨਾਲ ਘੱਟ ਹੋਣ ਕਰਕੇ ਉਸ ਜਗ੍ਹਾ ਤੇ ਇਹਦੀ ਲੈਕ ਆਫ ਫਿਊਜ਼ਨ ਹੋ ਸਕਦੀ ਹੈ। ਓਪਨ ਆਰਕ ਪ੍ਰੋਸੈਸ ਇਹ ਬਿਲਕੁਲ ਨਹੀਂ ਹੈ ਕਿਉਂਕਿ ਇਹਦੇ ਵਿੱਚ as most welding process GMW exhibit open arc, proper care must be taken to shield, so the welder had bystand for the harmful UV rays. So applications, basically applications ਜਿਹੜੀਆਂ ਇਹਦੀਆਂ ਕਿੱਥੇ ਨੇ, ਇਹਦੀਆਂ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਆਪਾਂ ਯੂਜ਼ ਕਰਾਂਗੇ ਆਟੋਮੋਬਾਈਲ ਸੈਕਟਰ ਦੇ ਵਿੱਚ, ਜਿੱਥੇ ਆਪਾਂ ਨੂੰ ਕਾਫੀ ਹਾਈ ਕੁਆਲਿਟੀ ਦੇ ਵਿੱਚ ਜਿਹੜੀਆਂ ਜੁਆਇੰਟਸ ਆ ਉਹਨਾਂ ਦੀ ਜ਼ਰੂਰਤ ਜਿਹੜੀ ਆ ਉਹ ਪਵੇਗੀ। Next one is high productivity lead can be better, higher profits. ਜੇਕਰ ਸਾਡਾ ਪ੍ਰੋਡਕਟਿਵਿਟੀ ਜ਼ਿਆਦਾ ਹੋਏਗੀ ਸਾਨੂੰ ਮੁਨਾਫਾ ਜਿਹੜਾ ਆਟੋਮੈਟਿਕ ਜ਼ਿਆਦਾ ਹੋਏਗਾ,
ਸਾਡੀ ਜਿਹੜੀ ਪ੍ਰੋਡਕਟਿਵਿਟੀ ਹੈ ਉਹ ਆਟੋਮੈਟਿਕ ਜ਼ਿਆਦਾ ਹੋਣ ਕਰਕੇ ਸਾਨੂੰ ਜ਼ਿਆਦਾ ਜਿਹੜੇ ਆ ਸਲੋਟ ਵਗੈਰਾ ਮਿਲਣਗੇ, ਸਾਡੀ ਜਿਹੜੀ ਆ ਆਮਦਨ ਹੈ ਉਹ ਵਧੇਗੀ, ਪਲੱਸ ਸਾਡਾ ਜਿਹੜਾ ਕੰਮ ਹੈ ਉਹ ਵਧੇਗਾ, ਉਹਦੇ ਨਾਲ ਸਾਡੇ ਜਿਹੜੇ ਕਾਰੋਬਾਰ ਜਿਹੜਾ ਸਾਡੇ ਜਨਰੇਸ਼ਨ ਨੂੰ ਵਰਕ ਹੈ ਉਹ ਮਿਲੇਗਾ। So next is that quicker than traditional welding. So ਜਿਹੜੀ basic welding ਹੈ ਉਹਦੇ ਨਾਲੋਂ ਇਹ ਸਾਡੀ ਜਿਹੜੀ MIG welding ਹੈ ਇਹ ਕਾਫੀ ਜ਼ਿਆਦਾ ਵਧੀਆ ਹੈ, ਠੀਕ ਹੈ ਜੀ। So welding is basically the primary advantage of MIG welding is weld speed. So basically ਇਹਦੀ speed ਜ਼ਿਆਦਾ ਹੋਣ ਕਰਕੇ ਹੀ ਆਪਾਂ MIG welding ਜਿਹੜਾ ਇਹ ਇੰਡਸਟਰੀ ਦੇ ਵਿੱਚ ਜਾਂ ਆਟੋਮੋਬਾਈਲ ਸੈਕਟਰ ਜਾਂ ਸ਼ਿਪਿੰਗ ਸੈਕਟਰ ਦੇ ਵਿੱਚ ਆਪਾਂ ਬੇਸਿਕਲੀ ਜ਼ਿਆਦਾ ਇਹਨੂੰ use ਕਰਦੇ ਹਾਂ। So automotive repair. So automotive repair can be carried out on a number of different vehicles which may be large, small or heavy. Heavy, large, small vehicles ਤੇ ਵੀ repair ਕਰਨ ਵਾਸਤੇ ਵੀ ਆਪਾਂ ਇਹਨਾਂ ਨੂੰ ਕਰਦੇ ਹਾਂ, ਠੀਕ ਹੈ ਜੀ। Capable to provide a strong weld even down to 0.5 mm. ਇਹ 0.5 mm ਦੇ ਉੱਪਰ ਵੀ ਦਾ joint ਜਿਹੜਾ ਕਾਫੀ ਅੱਛਾ joint ਜਿਹੜਾ ਉਹ ਲੱਗਦਾ ਹੈ ਜੀ। रीबिल्डिंग इक्विपमेंट्स के ऊपर जिवें आपां गल कीती कटिंग एंड रिमूवल ऑफ द फील्ड कंपोनेंट उस जगह ते आपां कर सकते हैं। वेल्डिंग एंड क्लीन अप प्रेपरेशन ऑफ न्यू जॉइंट्स, ठीक है जी। जिवें डायग्राम शो कर रहे हैं कि अपने कोल एक पुराना इक्विपमेंट है, एक नवा इक्विपमेंट है जी, उस तरीके दे नाल आपां देख रहे हैं कि इहदे विच काफी अच्छा जिहड़ा वा ओह इस वेल्डिंग दे नाल बिफोर जिहड़ी ओह जॉइंट सीगी ते आफ्टर जॉइंट नूं रिपेयर करन तो बाद जिहड़ा रिजल्ट आया ਉਹ ਦਿਖ ਰਿਹਾ ਜੀ, ਠੀਕ ਹੈ। ਵੈਲਡ ਪਾਈਪਸ ਨੂੰ ਆਪਾਂ ਵੈਲਡ ਕਰ ਸਕਦੇ ਹਾਂ, ਦੈਟ ਇਜ਼ ਨਿਊ ਟੈਕਨੋਲੋਜੀ, ਫਲੈਕਸੀਬਲ ਹੈ, ਕੁਆਲਿਟੀ ਵਾਈਜ਼ ਜੁਆਇੰਟਸ ਵੈਲਡ ਜਿਹੜੀ ਕੁਆਲਿਟੀ ਹੈ ਉਹ ਵੀ ਕਾਫੀ ਅੱਛੀ ਹੈ। ਤੇ ਨੈਕਸਟ ਇਜ਼ ਦਾ ਪ੍ਰੋਡਕਟਿਵਿਟੀ ਵੀ ਇਹਦੇ ਨਾਲ ਜਿਹੜੀ ਉਹ ਕਾਫੀ ਇਨਕਰੀਜ਼ ਹੋਏਗੀ। ਟੂ ਰੀਇਨਫੋਰਸ ਦਾ ਸਰਫੇਸ ਆਫ ਦਾ worn out road tracks, ਰੀਇਨਫੋਰਸ ਦਾ ਸਰਫੇਸ ਆਫ ਦਾ worn wheel, ਜਿਵੇਂ ਕਿ ਰੇਲ ਦੇ ਟਰੈਕਸ ਵਗੈਰਾ ਨੇ ਬੇਸਿਕਲੀ ਉਹ ਵੀ ਆਪਾਂ ਜਿਹੜੇ ਆ ਉਹ ਵੀ ਇਹਦੇ ਨਾਲ ਹੀ ਕੰਪਲੀਟ ਜਿਹੜੇ ਆ ਉਹ ਕਰਦੇ ਆ, ਉਹਦੇ ਨਾਲ ਇਹਦੀ ਵੈਲਡਿੰਗ ਜਿਹੜੀ ਉਹ ਕੀਤੀ ਜਾਂਦੀ ਆ। ਸੋ ਇਟ ਕੈਨ ਬੀ ਡਿਫਿਕਲਟ ਟੂ ਜੁਆਇਨ ਮਟੀਰੀਅਲ ਡਿਫਰੈਂਟ ਟਾਈਪਸ, ਬਟ ਚੂਜ਼ਿੰਗ ਦਾ ਰਾਈਟ ਫਿਲਰ ਵਾਇਰ ਯੂ ਕੈਨ ਐਕਚੁਅਲੀ ਅਚੀਵ ਦਾ ਓਵਰਆਲ ਟਾਈਮ। ਸੋ ਬੇਸਿਕਲੀ ਡਿਪੈਂਡ ਕਰਦਾ ਹੈ ਕਿ ਜਿਹੜਾ ਸਾਡਾ ਇਲੈਕਟ੍ਰੋਡ ਵਾਇਰ ਹੈ, ਠੀਕ ਹੈ ਜੀ, ਉਹ ਕਿਸ ਤਰੀਕੇ ਦੇ ਨਾਲ ਯੂਜ਼ ਕਰ ਰਹੇ ਆ ਤੇ ਆਪਾਂ ਉਹਦੇ ਨਾਲ ਕਿਸ ਮੈਟਲ ਨੂੰ ਜੁਆਇੰਟ ਕਰ ਰਹੇ ਆ, ਉਹ ਸਾਰਾ ਜਿਹੜਾ ਉਹ ਸਾਡਾ ਵਾਇਰ ਦੇ ਜਿਹੜਾ ਫੀਡ ਸਿਸਟਮ ਹੈ ਉਹਦੇ ਉੱਪਰ ਡਿਪੈਂਡ ਉਹ ਕਰੇਗਾ। So last one is the conclusion. So MIG welding is a huge improvement over some of the previous techniques. So MIG welding will help contribute to create of automobile, building of bridges, and even more importantly a more effectively way to weld. So other types of weld needs highly skilled worker to produce high quality welds. So maximum welding quality is assured by maintaining the cleanliness. All equipment and material used must be free from oil, moisture, dirt and impurities. So these are the conclusion ke jehdi saadi welding hai ਇਹ ਕਾਫੀ ਅੱਛੀ ਜਿਹੜੀ ਹੈ ਉਹ ਕੰਮ ਮਤਲਬ ਆਟੋਮੋਬਾਈਲ ਸੈਕਟਰ ਜਾਂ ਜਿਹੜੇ ਮਰਜ਼ੀ ਸੈਕਟਰ ਦੇ ਵਿੱਚ ਕਰ ਰਹੀ ਹੈ। ਸੋ ਇਹਦੇ ਨਾਲ ਸਾਡਾ ਜਿਹੜਾ ਅੱਜ ਦਾ ਟੌਪਿਕ ਆ ਉਹ ਕੰਪਲੀਟ ਹੁੰਦਾ ਹੈ। So thank you so much. Thank you all.